ਗੁਰ ਸੇਵੀਐ ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਨੇ ਚੌਪਈ। ਸਭ ਰਾਜਨ ਕੇ ਬਜੇ ਨਗਾਰੇ, ਦੀਨ ਤੁਰੰਗਨ ਤਤ ਸਿਰ ਡਾਰੇ। ਮੁਜਰਾ ਸਭ ਸੁਖਟਨ ਸੋ ਲਿਓ, 10,000 ਗਿਣਤੀ ਮੈਂ ਭਇਓ। ਚੌਪਈ ਸਭ ਰਾਜਨ ਕੇ ਬਜੇ ਨਗਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ। ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਅਪਾਰ ਕਿਰਪਾ ਰਹਿਮਤ ਸਦਕਾ ਗੁਰੂ ਚਰਨਾਂ ਵਿੱਚ ਸੰਧਿਆ ਦੇ ਸਮੇਂ ਸਤਿਗੁਰਾਂ ਦੇ ਸੁੰਦਰ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਵਿੱਚ ਸਤਿਗੁਰਾਂ ਦੇ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਨਗਰ ਤੱਲਣ ਜਲੰਧਰ ਵਿਖੇ ਹਾਜ਼ਰੀ ਭਰਨ ਦਾ ਸਬੱਬ ਬਣ ਰਿਹਾ, ਮੌਕਾ ਮਿਲ ਰਿਹਾ, ਅਵਸਰ ਪ੍ਰਾਪਤ ਹੋ ਰਿਹਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਸੋਹਣਾ ਸੁੰਦਰ ਇਤਿਹਾਸ ਚੱਲਿਆ ਹੋਇਆ ਹੈ। ਸਤਿਗੁਰੂ ਜੀ ਦੇ ਇਤਿਹਾਸਕ ਪ੍ਰਸੰਗਾਂ ਨੂੰ ਨਿੱਤਾ ਪ੍ਰਤੀ ਸਰਵਣ ਕਰਕੇ ਆਨੰਦ ਮਾਣਦੇ ਹਾਂ, ਲਾਹਾ ਪ੍ਰਾਪਤ ਕਰ ਰਹੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਬਿਰਾਜ ਰਹੇ ਹੈ। ਇੱਧਰ ਪਹਾੜੀ ਰਾਜਿਆਂ ਨੇ ਸਾਰਿਆਂ ਨੇ ਇਕੱਤਰ ਹੋ ਕੇ ਇੱਕ ਮੀਟਿੰਗ ਕੀਤੀ, ਇੱਕ ਬੈਠਕ ਕੀਤੀ, ਇਕੱਤਰਤਾ ਕੀਤੀ, ਜਿਸ ਵਿੱਚ ਸਾਰਿਆਂ ਨੇ ਰਲ ਕੇ ਮਤਾ ਪਕਾਇਆ ਭੀਮ ਚੰਦ ਹੰਡੂਰੀਏ ਦੀ ਅਗਵਾਈ ਦੇ ਵਿੱਚ। ਸੋ ਸਾਰਿਆਂ ਨੇ ਇਹ ਮਤਾ ਪਕਾਇਆ ਰਾਜੇ ਭੀਮ ਚੰਦ, ਜੋ ਉਹਨਾਂ ਦੇ ਵਿੱਚੋਂ ਵੱਡਾ ਰਾਜਾ ਸੀ, ਉਹਦੀ ਅਗਵਾਈ ਦੇ ਵਿੱਚ, ਕਿ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਉਹਨਾਂ ਦੇ ਸਿੰਘ ਨਿੱਤਾ ਪ੍ਰਤੀ ਸਾਡੇ ਇਲਾਕੇ ਖੋਹ ਰਹੇ ਹੈ, ਸਾਡੇ ਇਲਾਕੇ ਦੀ ਪਰਜਾ ਉਹਨਾਂ ਦੇ ਅਧੀਨ ਹੁੰਦੀ ਜਾ ਰਹੀ ਹੈ, ਸਾਡਾ ਸਾਥ ਲੋਕ ਛੱਡਦੇ ਜਾ ਰਹੇ ਹੈ। ਇਸ ਤਰ੍ਹਾਂ ਚੱਲਦਾ ਰਿਹਾ ਤਾਂ ਇੱਕ ਦਿਨ ਮੇਰੀ ਨਹੀਂ ਤੁਹਾਡੀ ਵੀ ਸਾਰਿਆਂ ਦੀ ਵਾਰੀ ਆ ਜਾਣੀ ਆ। ਆਪਾਂ ਨੂੰ ਕੋਈ ਨਾ ਕੋਈ ਉਪਾਅ ਕਰਨਾ ਚਾਹੀਦਾ ਹੈ। ਤਾਂ ਇਹਨਾਂ ਸਾਰਿਆਂ ਨੇ ਰਲ ਕੇ ਆਖਿਆ ਕਿ ਆਪਾਂ ਨੂੰ ਰਲ ਮਿਲ ਕੇ ਗੁਰੂ ਪਰ ਚੜ੍ਹਾਈ ਕਰ ਦੇਣੀ ਚਾਹੀਦੀ ਆ। ਸਾਡੇ ਸਾਰਿਆਂ ਦੀ ਫੌਜ ਨੂੰ ਇਕੱਠੀ ਕਰਕੇ ਇੱਕ ਥਾਂ ਇੱਕ ਦਾ ਮਹੱਲਾ ਬੋਲੀਏ, ਜਾਂ ਤਾਂ ਗੁਰੂ ਨੂੰ ਫੜ ਲਈਏ, ਗ੍ਰਿਫਤਾਰ ਕਰ ਲਈਏ, ਜਾਂ ਗੁਰੂ ਡਰਦਾ ਮਾਰਾ ਅਨੰਦਪੁਰ ਸਾਹਿਬ ਛੱਡ ਕੇ ਭੱਜ ਜਾਵੇ, ਅਤੇ ਜਾਂ ਫਿਰ ਗੁਰੂ ਨੂੰ ਪਾਰ ਬੁਲਾ ਦਈਏ, ਗੁਰੂ ਨੂੰ ਮਾਰ ਦਈਏ। ਇਹਨਾਂ ਤਿੰਨਾਂ ਵਿੱਚੋਂ ਕੋਈ ਇੱਕ ਨਾ ਇੱਕ ਕੰਮ ਆਪਣਾ ਜ਼ਰੂਰ ਸਿੱਧ ਹੋ ਜਾਵੇਗਾ ਜੇ ਆਪਾਂ ਸਾਰੇ ਰਲ ਕੇ ਲੜਾਂਗੇ। ਕਈਆਂ ਦੇ ਵਿੱਚੋਂ ਵਿਚਾਰ ਦਿੱਤੇ ਵੀ ਆਪਾਂ ਪਹਿਲਾਂ ਵੀ ਹਮਲੇ ਕਈ ਵਾਰ ਕਰ ਕੇ ਵੇਖੇ ਹੈ। ਤੁਰਕਾਂ ਦੀ ਫੌਜ ਵੀ ਆਪਾਂ ਮਾਇਆ ਦੇ ਕੇ, ਧਨ ਪੈਸੇ ਦਾ ਲਾਲਚ ਦੇ ਕੇ ਚੜ੍ਹਾ ਕੇ ਲਿਆ ਕੇ ਦੇਖੀ ਹੈ। ਪਰ ਗੁਰੂ ਕੋਲ ਚੰਗੇ ਸ਼ਸਤਰਧਾਰੀ ਯੋਧੇ ਹਨ, ਯੁੱਧ ਵਿੱਦਿਆ ਉਹਨਾਂ ਕੋਲ ਬਹੁਤ ਹੈ। ਜੇ ਮੈਦਾਨੇ ਜੰਗ ਵਿੱਚ 100 ਵੀ ਉਹਨਾਂ ਦਾ ਬੰਦਾ ਮਾਰਿਆ ਜਾਂਦਾ, 100 ਖਾਲਸਾ ਚੜ੍ਹਾਈ ਕਰਦਾ ਹੈ, ਤਾਂ 100 ਦੀ ਜਗ੍ਹਾ 1000 ਹੋਰ ਭਰਤੀ ਹੋ ਜਾਂਦਾ। ਇੰਨੀ ਭਾਵਨਾ ਲੋਕਾਂ ਦੀ ਗੁਰੂ 'ਤੇ ਬਣੀ ਹੋਈ ਹੈ। ਇਸ ਕਰਕੇ ਅਸੀਂ ਲੜਾਈ ਕਰਕੇ ਗੁਰੂ ਨਾਲ ਪੂਰੇ ਨਹੀਂ ਆ ਸਕਦੇ, ਕੋਈ ਹੋਰ ਉਪਾਅ ਕਰਨਾ ਚਾਹੀਦਾ ਹੈ। ਪਰ ਇਹਨਾਂ ਵਿੱਚੋਂ ਰਾਜਾ ਘਮੰਡ ਚੰਦ ਇਤਿਆਦਿਕ ਕਹਿਣ ਲੱਗੇ ਕਿ ਨਹੀਂ, ਸਾਨੂੰ ਸਾਡੇ ਮਾਰੇ ਗਏ ਯੋਧਿਆਂ ਨੂੰ ਯਾਦ ਕਰਕੇ, ਕੇਸਰੀ ਚੰਦ ਹਰੀ ਚੰਦ ਵਰਗਿਆਂ ਨੂੰ, ਅਤੇ ਸਾਨੂੰ ਡਰਨਾ ਨਹੀਂ ਚਾਹੀਦਾ। ਅਤੇ ਇਉਂ ਡਰ ਕੇ ਜਾਂ ਗੁਰੂ ਦੇ ਅਧੀਨ ਹੋ ਕੇ ਆਪਾਂ ਜੇ ਜ਼ਿੰਦਗੀ ਕੱਟਾਂਗੇ, ਲੋਕ ਸਾਨੂੰ ਕਾਇਰ ਕਹਿਣਗੇ। ਅਤੇ ਫਿਰ ਕਹਿੰਦੇ ਵੀ ਆਪਾਂ ਬਾਦਸ਼ਾਹ ਸਲਾਮਤ ਦੇ ਕੋਲੋਂ, ਔਰੰਗਜ਼ੇਬ ਦੇ ਕੋਲੋਂ ਮਦਦ ਮੰਗੀਏ। ਉਹ ਕਹਿੰਦੇ ਨਹੀਂ, ਆਪਾਂ ਪਹਿਲਾਂ ਵੀ ਉਹਨਾਂ ਤੋਂ ਕਈ ਵਾਰ ਮਦਦ ਮੰਗੀ ਹੈ, ਵਾਰ ਜਾਵਾਂਗੇ ਤਾਂ ਉਹ ਵੀ ਸਮਝੇਗਾ ਕਿ ਪਹਾੜੀ ਰਾਜੇ ਜਿਹੜੇ ਇਹ ਡਰਪੋਕ ਹੈ, ਇਹਨਾਂ ਦੇ ਵਿੱਚ ਕੋਈ ਕੱਢਣ ਪਾਉਣ ਨੂੰ ਕੁਝ ਹੈ ਨਹੀਂ, ਬਸ ਐਵੇਂ ਨਾਂ ਦੇ ਰਾਜੇ ਹੈ। ਸਾਡੀ ਜੱਗ ਹਸਾਈ ਹੋਵੇਗੀ, ਸਾਡੀ ਬਾਦਸ਼ਾਹ ਦੇ ਮਹਿਲ ਦੇ ਵਿੱਚ, ਰਾਜੇ ਦੇ ਦਰਬਾਰ ਦੇ ਵਿੱਚ ਬਦਨਾਮੀ ਹੋਵੇਗੀ। ਬਾਕੀ ਹੋ ਸਕਦਾ ਹੈ ਵੀ ਉਹ ਸਾਨੂੰ
ਵਾਰ-ਵਾਰ ਜਦੋਂ ਜਾ ਕੇ ਪੁਕਾਰ ਕਰਾਂਗੇ, ਹੋਰ ਤਰੀਕੇ ਨਾਲ ਦੇਖੇ ਤੇ ਕਿਤੇ ਸਾਡਾ ਹੀ ਕੋਈ ਨੁਕਸਾਨ ਕਰ ਦੇਵੇ, ਸਾਨੂੰ ਭੱਜ ਕੇ ਪੈ ਜਾਵੇ, ਵਾਰ-ਵਾਰ ਤੁਸੀਂ ਆ ਜਾਂਦੇ ਹੋ। ਇਸ ਕਰਕੇ ਆਪਾਂ ਨੂੰ ਰਲ ਕੇ ਹੀਲਾ ਵਸੀਲਾ ਕਰਨਾ ਚਾਹੀਦਾ ਹੈ। ਇਹਨਾਂ ਸਾਰਿਆਂ ਨੇ ਰਲ ਮਿਲ ਕੇ ਇੱਕ ਪੱਤਰਿਕਾ, ਇੱਕ ਚਿੱਠੀ ਸਤਿਗੁਰੂ ਜੀ ਪਾਸ ਲਿਖ ਕੇ ਭੇਜੀ ਕਿ ਸਤਿਗੁਰੂ ਜੀ, ਤੁਹਾਡੇ ਸਿੰਘ, ਤੁਹਾਡੇ ਖਾਲਸੇ ਸਾਡੇ ਪਿੰਡਾਂ ਵਿੱਚ ਆ ਕੇ ਧੱਕਾ ਕਰਦੇ ਆ, ਸਾਡੀਆਂ ਖੇਤੀਆਂ ਵੱਢ ਕੇ ਲੈ ਜਾਂਦੇ ਆ, ਸਾਡੀ ਪਰਜਾ ਦੇ ਲੋਕ ਦੁਖੀ ਹੋ ਕੇ ਸਾਡੇ ਕੋਲੇ ਆਉਂਦੇ ਆ, ਮਾਰ ਕੁਟਾਈ ਕਰਕੇ ਲੈ ਕੇ ਜਾਂਦੇ ਆ, ਤੇ ਤੁਸੀਂ ਉਹਨਾਂ ਨੂੰ ਰੋਕੋ। ਜੇ ਨਹੀਂ ਰੋਕੋਗੇ ਤਾਂ ਫਿਰ ਮੈਦਾਨੇ ਜੰਗ ਵਿੱਚ ਲੋਹੇ ਨਾਲ ਲੋਹਾ ਖੜਕਾਉਣ ਦੇ ਲਈ ਤਿਆਰ ਰਹੋ। ਜਦੋਂ ਰਾਜਿਆਂ ਦੀ ਇਹ ਧਮਕੀ ਭਰੀ ਚਿੱਠੀ ਸਤਿਗੁਰੂ ਜੀ ਕੋਲ ਪਹੁੰਚੀ, ਸਤਿਗੁਰੂ ਸਾਹਿਬ ਜੀ ਨੇ ਦਰਬਾਰੀ ਸਿੱਖਾਂ ਦੇ ਕੋਲੋਂ ਪੜ੍ਹਾਈ ਤਾਂ ਸਤਿਗੁਰੂ ਸਾਹਿਬ ਜੀ ਨੇ ਉਸੇ ਵੇਲੇ ਤੁਰੰਤ ਹੀ ਨਾਲ ਦੀ ਨਾਲ ਇੱਕ ਜਵਾਬ ਲਿਖ ਕੇ ਵਾਪਸ ਭੇਜ ਦਿੱਤਾ। ਸਤਿਗੁਰੂ ਜੀ ਕਹਿੰਦੇ, ਭਾਈ ਸਾਡੇ ਖਾਲਸੇ, ਸਾਡੇ ਸਿੰਘ ਕਦੇ ਵੀ ਨਾ ਹੱਕ ਲੜਾਈ ਨਹੀਂ ਕਰਦੇ, ਕਿਸੇ ਨਾਲ ਧੱਕਾ ਨਹੀਂ ਕਰਦੇ, ਕਿਸੇ 'ਤੇ ਜ਼ੁਲਮ ਨਹੀਂ ਕਰਦੇ, ਸਗੋਂ ਜ਼ੁਲਮ ਦਾ ਖਾਤਮਾ ਕਰਦੇ ਆ। ਹਾਂ, ਅੱਗੋਂ ਜਦੋਂ ਤੁਹਾਡੇ ਬੰਦੇ ਉਹਨਾਂ ਨੂੰ ਪੈਂਦੇ ਆ ਤਾਂ ਫਿਰ ਇਹ ਮੋੜਵਾਂ ਜਵਾਬ ਜ਼ਰੂਰ ਦੇ ਕੇ ਆਉਂਦੇ ਆ। ਇਸ ਕਰਕੇ ਅਸੀਂ ਜਾਂ ਸਾਡੇ ਸਿੰਘ ਕੋਈ ਅਸੀਂ ਲੜਾਈ ਨਹੀਂ ਚਾਹੁੰਦੇ। ਬਾਕੀ ਜਿਹੜੀ ਗੱਲ ਤੁਸੀਂ ਕਹੀ ਹੈ ਵੀ ਆਨੰਦਪੁਰ ਸਾਹਿਬ ਛੱਡ ਦਿਓ, ਆਪਣੇ ਡੇਰੇ 'ਚ ਕੈਦ ਹੋ ਕੇ ਰਹਿ ਜਾਓ, ਬਾਹਰ ਨਾ ਨਿਕਲੋ, ਸਾਡੇ ਪਿੰਡਾਂ ਵਿੱਚ ਨਾ ਆਓ, ਸਤਿਗੁਰੂ ਜੀ ਕਹਿੰਦੇ ਡਰਨ ਵਾਲੇ ਤਾਂ ਫਿਰ ਅਸੀਂ ਵੀ ਨਹੀਂ ਹੈਗੇ। ਸਤਿਗੁਰੂ ਜੀ ਕਹਿੰਦੇ ਜੇ ਤੁਹਾਡਾ ਲੜਾਈ ਨੂੰ ਮਨ ਹੈ ਫਿਰ ਕਹਿੰਦੇ ਦੇਰੀ ਨਾ ਲਾਵੋ, ਇੱਧਰੋਂ ਸਾਡੇ ਵੱਲੋਂ ਢਿੱਲ ਕੋਈ ਨਹੀਂ, ਤੁਸੀਂ ਜਦੋਂ ਮਰਜ਼ੀ ਚੜ੍ਹਾਈ ਕਰਕੇ ਆ ਜਾਓ। ਜਦੋਂ ਸਤਿਗੁਰੂ ਜੀ ਦਾ ਇਹ ਜਵਾਬ ਉਹਨਾਂ ਕੋਲ ਪਹੁੰਚਿਆ ਤੇ ਇਹਨਾਂ ਰਾਜਿਆਂ ਨੇ ਨਾਲ ਦੀ ਨਾਲ ਜੰਗ ਦੀ ਤਿਆਰੀ ਕਰ ਲਈ। ਇੱਥੋਂ ਤੱਕ ਆਪਾਂ ਪ੍ਰਸੰਗ ਸਰਵਣ ਕੀਤਾ ਹੈ। ਆਓ ਅੱਗੇ, ਜਿਵੇਂ ਮੈਦਾਨੇ ਜੰਗ ਵਿੱਚ ਦੋਵੇਂ ਪਾਸਿਆਂ ਦੇ ਸੂਰਮਿਆਂ ਦਾ ਟਾਕਰਾ ਹੁੰਦਾ ਹੈ, ਬੜੀ ਚੜ੍ਹਦੀ ਕਲਾ ਵਾਲਾ ਪ੍ਰਸੰਗ, ਜੰਗ ਯੁੱਧ ਦਾ ਪ੍ਰਸੰਗ ਜਿਹੜਾ ਬੜੇ ਵਿਸਥਾਰ ਦੇ ਵਿੱਚ ਕਵੀ ਜੀ ਨੇ ਲਿਖਿਆ, ਆਪਾਂ ਪੜ੍ਹ ਸੁਣ ਕੇ ਆਨੰਦ ਮਾਣੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਸਾਮਰਾਜਨ ਕੇ ਬਜੇ ਨਗਾਰੇ। ਹਾਂ, ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਇਹਨਾਂ ਨੇ ਇਹ ਮੂੰਹ ਤੋੜਵਾਂ ਜਵਾਬ ਪੜ੍ਹ ਲਿਆ, ਸਤਿਗੁਰੂ ਨੇ ਟਣਕਾ ਕੇ ਜਵਾਬ ਦਿੱਤਾ ਵੀ ਜੇ ਤੁਸੀਂ ਕਹਿੰਦੇ ਹੋ ਵੀ ਅਸੀਂ ਬੜੇ ਬਲਸ਼ਾਲੀ ਹੈ ਤੇ ਤੁਸੀਂ ਬਲ ਲਾ ਕੇ ਵੇਖ ਲਓ, ਡਰਨ ਵਾਲੇ ਨਹੀਂ ਅਸੀਂ, ਇਹ ਨਹੀਂ ਕਿ ਅਸੀਂ ਡਰ ਕੇ ਬੈਠ ਜਾਵਾਂਗੇ। ਰਾਜਿਆਂ ਨੇ ਨਾਲ ਦੀ ਨਾਲ ਚੜ੍ਹਾਈ ਕਰ ਦਿੱਤੀ, ਸਾਰੇ ਰਾਜਿਆਂ ਨੇ ਧੌਂਸੇ ਨਗਾਰੇ ਵਜਾ ਦਿੱਤੇ। ਉਸੇ ਵੇਲੇ ਇਹਨਾਂ ਦੀਆਂ ਫੌਜਾਂ ਨੇ, ਰਾਜਿਆਂ ਨੇ ਘੋੜਿਆਂ ਦੇ ਉੱਤੇ ਕਾਠੀਆਂ ਪਾ ਲਈਆਂ। ਜਦੋਂ ਸਾਰੀ ਫੌਜ ਤਿਆਰ ਹੋ ਕੇ ਆ ਗਈ ਤਾਂ ਇਹਨਾਂ ਸਾਰੇ ਰਾਜਿਆਂ ਨੇ ਆਪੋ ਆਪਣੀ ਫੌਜ ਦਾ ਮੁਜਰਾ ਲਿਆ। ਮੁਜਰਾ ਨਾਮ ਹੈ ਗਿਣਤੀ ਦਾ, ਸਲਾਮੀ ਦਾ। ਫੌਜ ਸਲਾਮੀ ਕਰਦੀ ਹੋਏ ਰਾਜੇ ਦੇ ਕੋਲ ਦੀ ਲੰਘਦੀ ਹੈ ਤੇ ਉਹ ਗਿਣਤੀ ਕੀਤੀ ਜਾਂਦੀ ਹੈ ਵੀ ਕਿਹੜੀ ਫੌਜ, ਘੋੜ ਸਵਾਰ ਕਿੰਨੇ ਹੈ, ਹਾਥੀਆਂ ਵਾਲੇ ਕਿੰਨੇ ਹੈ, ਪੈਦਲ ਕਿੰਨੇ ਹੈ। ਸੋ ਇਸ ਪ੍ਰਕਾਰ ਜਿਹੜੀ ਇਹ ਗਿਣਤੀ ਮਿਣਤੀ ਕੀਤੀ ਜਾਂਦੀ ਹੈ, ਇਹਨੂੰ ਮੁਜਰਾ ਕਹਿੰਦੇ ਆ। ਸਾਰੇ ਰਾਜਿਆਂ ਨੇ ਆਪੋ ਆਪਣੀ ਫੌਜ ਦੀ ਗਿਣਤੀ ਕੀਤੀ। 10,000 ਗਿਣਤੀ ਮੈਂ ਭਜੋ। ਜਦੋਂ ਗਿਣਤੀ ਕੀਤੀ ਤੇ ਪੂਰੀ 10,000 ਫੌਜ ਗਿਣਤੀ ਦੇ ਵਿੱਚ ਇਹਨਾਂ ਨੇ ਗਿਣ ਲਈ। ਉਸੇ ਵੇਲੇ ਆਨੰਦਪੁਰ ਸਾਹਿਬ ਵੱਲ ਚੜ੍ਹਾਈ ਕਰਕੇ ਆ ਗਏ। ਸਾਰੇ ਭਟਣ ਜਿੰਨੇ ਸੂਰਮੇ ਆ, ਇਹਨਾਂ ਨੇ ਆਪੋ ਆਪਣੇ ਹਥਿਆਰ ਸੰਭਾਲ ਲਏ। ਹਾਂ, ਬਰਛੇ, ਤੋਮਰ, ਬਰਛੇ, ਤੀਰ, ਇਸੇ ਤਰ੍ਹਾਂ ਤੁਪਕ, ਬੰਦੂਕਾਂ, ਤਲਵਾਰ, ਕਿਰਪਾਨਾਂ ਆਦਿਕ। ਇਸੇ ਪ੍ਰਕਾਰ ਸਿਪਰ ਜਿਹੜੇ ਢਾਲੇ ਸੀ, ਢਾਲਾਂ, ਕਿਰਪਾਨ ਦਾ ਵਾਰ ਰੋਕਣ ਵਾਲੀਆਂ, ਤੇ ਇਸੇ ਤਰ੍ਹਾਂ ਕਮਾਣਾ, ਤੀਰ ਕਮਾਨ, ਜਮ ਧਰੇ, ਕਟਾਰਾਂ ਆਦਿਕ ਧਾਰਨ ਕਰਕੇ ਥੋੜੀ ਦੂਰ ਹੀ ਚੱਲ ਕੇ ਇਹਨਾਂ ਨੇ ਅੱਗੇ ਡੇਰਾ ਲਾ ਲਿਆ। ਸਾਰਿਆਂ ਨੇ ਸੰਭਾਲ ਲਏ ਆਪੋ ਆਪਣੇ ਸਿਪਾਹੀ, ਜਿਹੜੇ ਜਿਹੜੇ ਰਾਜੇ ਦੀ ਜਿਹੜੀ ਜਿਹੜੀ ਫੌਜ ਸੀ ਉਹਨਾਂ ਨੇ ਸੰਭਾਲ ਲਏ। ਇੱਧਰ ਉਸੇ ਵਕਤ ਸਤਿਗੁਰੂ ਸਾਹਿਬ ਜੀ ਦੇ ਕੋਲ ਵੀ ਖਬਰ ਪਹੁੰਚ ਗਈ। ਮਹਾਰਾਜ ਸੱਚੇ ਪਾਤਸ਼ਾਹ ਜਿੰਨੇ ਪਹਾੜੀ ਰਾਜੇ ਆ, 22 ਧਾਰ ਦੇ ਰਾਜੇ, ਸਾਰੇ ਇਕੱਠੇ ਹੋ ਕੇ ਚੜ੍ਹਾਈ ਕਰਕੇ ਚੜ੍ਹ ਕੇ ਆ ਰਹੇ ਹਨ। ਤੇ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਤੀਰ ਆਪਣੇ ਕੋਲ ਤਾਂ ਬਸ ਉਹਨਾਂ ਨੂੰ ਪਹੁੰਚੇ ਹੀ ਜਾਣੋ, ਨੇੜੇ ਹੀ ਹਨ। ਤੇ ਇੱਧਰ
ਉਹਨਾਂ ਨੇ ਕਹਿੰਦੇ ਹੱਥਾਂ ਦੇ ਵਿੱਚ ਬੰਦੂਕਾਂ ਫੜੀਆਂ ਹੋਈਆਂ, ਵਰਸ਼ੇ ਫੜੇ ਹੋਏ ਆ, ਤੀਰ ਕਮਾਨ ਆਦਿਕ ਸ਼ਸਤਰਾਂ ਨਾਲ ਲੈਸ ਹਨ ਫੌਜਾਂ ਪਹਾੜੀਆਂ ਦੀਆਂ। ਸੁਣ ਸਤਿਗੁਰ ਤਿਆਰੀ ਕਰਵਾਏ। ਇਹ ਸੁਣ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਵੀ ਆਪਣੀ ਫੌਜ ਦੇ ਵਿੱਚ ਤਿਆਰੀ ਕਰਵਾ ਲਈ ਖਾਲਸੇ ਦੀ। ਮੁਲਕਾ ਆਰ ਬਰੂਦ ਸਮੁਦਾਏ। ਸਾਰਿਆਂ ਨੂੰ ਗੋਲੀ, ਸਿੱਕਾ, ਬਰੂਦ ਇਤਿਆਦਿਕ ਵੰਡ ਦਿੱਤਾ ਗਿਆ। ਮੇਰੇ ਸਿੰਘ ਧਰੈ ਉਤਸ਼ਾਹੋ। ਸਿੰਘ ਲੈ ਲੈ ਕੇ ਸਤਿਗੁਰੂ ਜੀ ਪਾਸੋਂ ਪ੍ਰਾਪਤ ਕਰ ਕਰਕੇ ਤੇ ਮਨ ਦੇ ਵਿੱਚ ਬੜਾ ਉਹਨਾਂ ਦੇ ਉਤਸ਼ਾਹ ਹੈ ਜੰਗ ਲੜਨ ਦਾ। ਕਹਿ ਪ੍ਰਹਾਰੋ ਰਿਪਰਣ ਮਾਹੋ। ਹਾਂ, ਤੇ ਨਾਲ ਵਚਨ ਆਖਿਆ ਕਿ ਪ੍ਰਹਾਰੋ ਰਿਪਰਣ ਮਾਹੂ, ਮੈਦਾਨੇ ਜੰਗ ਵਿੱਚ ਜਾ ਕੇ ਵੈਰੀਆਂ ਨੂੰ ਮਾਰੋ। ਹੁਕਮ ਦੀਨ ਰਣਜੀਤ ਨਗਾਰਾ। ਹੁਕਮ ਹੋਇਆ ਕਿ ਰਣਜੀਤ ਨਗਾਰੇ ਉੱਤੇ ਚੋਟਾਂ ਲਾ ਦਿਓ। ਇਹੋ ਵਜਾਏ ਦਲ ਹੋਇ ਸਭ ਤਿਆਰਾ। ਸਤਿਗੁਰੂ ਜੀ ਕਹਿੰਦੇ ਰਣਜੀਤ ਨਗਾਰਾ ਵਜਾ ਦਿਓ ਤਾਂ ਕਿ ਸਾਡਾ ਸਾਰਾ ਜਿਹੜਾ ਖਾਲਸਾ ਦਲ ਹੈ ਤਿਆਰ ਹੋ ਜਾਵੇ। ਸਤਨ ਖਾਲਸੇ ਦਲ ਧਰੇ ਸੇ। ਜਿੰਨੇ ਖਾਲਸੇ ਸਨ ਸਾਰਿਆਂ ਨੇ ਆਪੋ ਆਪਣੇ ਗਾਤਰੇ ਅਸੀਂ ਕਿਰਪਾਨਾਂ ਪਹਿਨ ਲਈਆਂ। ਸਿਪਰ ਸਮੇਤ ਤੁਰਤ ਕੱਟ ਕਸੇ। ਹਾਂ, ਢਾਲਾਂ ਵੀ ਸੰਭਾਲ ਲਈਆਂ ਤੇ ਤੁਰਤ ਕੱਟ ਕਸੀ, ਤੁਰਤ ਹੀ ਤੁਰੰਤ ਉਸੇ ਵੇਲੇ ਕਮਰ ਕਸੇ ਕੱਸ ਲਏ। ਲਰਨ ਜਨੂਕੋ ਨਿਤ ਵਿਵਹਾਰੇ। ਕਿਉਂਕਿ ਸਿੰਘ ਤਾਂ ਸਦਾ ਹੀ ਤਿਆਰ ਹਨ, ਲੜਨਾ ਜਿਨ੍ਹਾਂ ਦਾ ਨਿਤ ਦਾ ਹੀ ਵਿਹਾਰ ਹੈ, ਕੰਮ ਹੈ। ਭਏ ਸਨਦ ਬਦ ਸੰਸਾਰੇ। ਸਾਰੇ ਸੂਰਮੇ ਜਿਹੜੇ ਸਨੱਧ-ਬੱਧ ਸ਼ਸਤਰ ਧਾਰਨ ਕਰਕੇ ਤਿਆਰ ਹੋ ਗਏ। ਆਪ ਚੜੇ ਤਨ ਗੋਬਿੰਦ ਸਿੰਘਾ। ਉਸ ਵੇਲੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਵੀ ਘੋੜੇ ਤੇ ਸਵਾਰ ਹੋ ਕੇ ਚੜ੍ਹ ਪਏ ਮੈਦਾਨੇ ਜੰਗ ਨੂੰ। ਮਤ ਗਜਨ ਪਰ ਜਿਮ ਕੁਪ ਸਿੰਘਾ। ਹਾਂ, ਜਿਵੇਂ ਕਹਿੰਦੇ ਮੱਤ ਗਜਨ ਮਸਤੇ ਹੋਏ ਹਾਥੀ ਹੁੰਦੇ ਆ ਨਾ, ਉਹਨਾਂ ਦੇ ਉੱਤੇ ਸ਼ੇਰ ਰੋਸ ਕਰਕੇ ਗੁੱਸਾ ਕਰਕੇ ਪੈਂਦਾ, ਇਸ ਤਰ੍ਹਾਂ ਸਤਿਗੁਰੂ ਜੀ ਵੀ ਚੜ੍ਹ ਪਏ ਵੈਰੀਆਂ ਤੇ। ਜਰਾਸੰਧ ਪਰ ਗੋਬਿੰਦ ਜੈਸੇ। ਜਿਵੇਂ ਰਾਜੇ ਜਰਾਸੰਧ ਦੇ ਉੱਤੇ ਕ੍ਰਿਸ਼ਨ ਨੇ ਚੜ੍ਹਾਈ ਕੀਤੀ ਸੀ। ਜਾਦਵ ਸੰਗ ਖਾਲਸਾ ਤੈਸੇ। ਭਗਵਾਨ ਕ੍ਰਿਸ਼ਨ ਜੀ ਦੇ ਨਾਲ ਯਾਦਵਾਂ ਦੀ ਫੌਜ ਸੀ, ਇਸੇ ਪ੍ਰਕਾਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਨਾਲ ਖਾਲਸਾ ਫੌਜ ਹੈ। ਸਿੰਘਨ ਭੰਨਿਓ ਪ੍ਰਭੂ ਸੁਣ ਲੀਜੈ। ਸਿੰਘਾਂ ਨੇ ਬੇਨਤੀ ਕੀਤੀ, ਇੱਕ ਸਲਾਹ ਦਿੱਤੀ ਕਿ ਮਸ਼ਵਰਾ ਦਿੱਤਾ ਸਿਆਣੇ ਸਿੰਘਾਂ ਨੇ, ਕਹਿੰਦੇ ਹੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਡੀ ਬੇਨਤੀ ਸੁਣ ਲਵੋ। ਚਲੋ ਅਗਰ ਹੀ ਰਣ ਕੋ ਕੀਜੈ। ਮਹਾਰਾਜ ਸੱਚੇ ਪਾਤਸ਼ਾਹ ਆਪਾਂ ਆਨੰਦਪੁਰ ਸਾਹਿਬ ਵਿੱਚ ਯੁੱਧ ਨਹੀਂ ਲੜਨਾ, ਆਨੰਦਪੁਰ ਸਾਹਿਬ ਤੋਂ ਬਾਰ-ਬਾਰ ਅੱਗੇ ਜਾ ਕੇ ਜਿੱਥੇ ਵੈਰੀ ਚੜ੍ਹਾਈ ਕਰਕੇ ਆ ਰਹੇ ਆ ਅੱਗੇ ਜਾ ਕੇ ਜੰਗ ਲੜੀਏ। ਇਹਾਂ ਨ ਪਹੁੰਚੈ ਰਿਪ ਸਮੁਦਾਏ। ਸਾਰੇ ਦੁਸ਼ਮਣ ਕਿਤੇ ਇੱਥੇ ਨਾ ਪਹੁੰਚ ਜਾਣ। ਵਦ ਆਗੇ ਹੀ ਰਹਿ ਲੜਾਏ। ਇਸ ਕਰਕੇ ਅਸੀਂ ਅੱਗੇ ਵੱਧ ਕੇ ਲੜਾਈ ਲਈਏ, ਅੱਗੇ ਵੱਧ ਕੇ ਜੰਗ ਲੜੀਏ ਉਹਨਾਂ ਦੇ ਨਾਲ, ਤਾਂ ਕਿ ਉਹ ਆਨੰਦਪੁਰ ਸਾਹਿਬ ਨਾ ਪਹੁੰਚਣ ਤੇ ਇੱਥੇ ਕੋਈ ਨੁਕਸਾਨ ਨਾ ਕਰਨ। ਇਸ ਕਰਕੇ ਸਾਨੂੰ ਅਗਾਂਹ ਹੋ ਕੇ ਆਨੰਦਪੁਰ ਸਾਹਿਬ ਤੋਂ ਬਾਰ-ਬਾਰ ਜਾ ਕੇ ਲੜਾਈ ਲੜਨੀ ਚਾਹੀਦੀ ਹੈ। ਦੂਰ ਅਨੰਦਪੁਰ ਕੋ ਤਜ ਗਏ। ਸਤਿਗੁਰ ਸੱਚੇ ਪਾਤਸ਼ਾਹ ਆਨੰਦਪੁਰ ਸਾਹਿਬ ਤੋਂ ਬਹੁਤ ਦੂਰ ਬਾਹਰ ਨੂੰ ਨਿਕਲ ਗਏ ਛੱਡ ਕੇ। ਰਾਜਨ ਕੇ ਮੁਕਾਬਲੇ ਭਏ। ਹਾਂ, ਇਹਨਾਂ ਰਾਜਿਆਂ ਦਾ, ਪਹਾੜੀ ਰਾਜਿਆਂ ਦਾ ਮੁਕਾਬਲਾ ਕਰਨ ਹਿੱਤ ਸੰਗਰਾਮ ਹੋਏ ਕਰ ਤਿਆਰੇ। ਹਾਂਜੀ, ਇੱਕ ਸੰਗਰਾਮ ਹੋਏ ਕਰ ਤਿਆਰੇ। ਹਾਂ, ਸੰਗਰਾਮ ਕਰਨ ਦੇ ਲਈ, ਯੁੱਧ ਕਰਨ ਦੇ ਲਈ ਤਿਆਰੇ ਕਰ ਲਏ। ਹਰਕ ਸਮੇਤ ਸੁਚੇਤ ਉਲਾਰੇ। ਇਸ ਤਰ੍ਹਾਂ ਬੜੇ ਹਰਖ, ਬੜੇ ਆਨੰਦ, ਖੁਸ਼ੀ ਦੇ ਸਮੇਤ ਸਾਰੇ ਸੁਚੇਤ ਸਾਵਧਾਨ ਹੋ ਗਏ ਚੰਗੀ ਤਰ੍ਹਾਂ। ਦੋਹਰਾ ਉਮੜੇ ਦਲ ਦਿਸ ਦੋਨ ਤੇ ਕਰੀ ਤਪੰਗਾ ਤਿਆਰ। ਦੋਵੇਂ ਦਿਸ਼ਾਵਾਂ ਤੋਂ, ਪਹਾੜੀ ਰਾਜਿਆਂ ਵਾਲੇ ਪਾਸੋਂ ਵੀ ਤੇ ਇੱਧਰ ਸਤਿਗੁਰੂ ਸਾਹਿਬ ਜੀ ਵਾਲੇ ਪਾਸਿਓਂ ਵੀ, ਦੋਵਾਂ ਪਾਸਿਓਂ ਸੂਰਮਿਆਂ ਦੇ ਦਲ ਲੜਾਈ ਦੇ ਲਈ ਤਿਆਰ ਹੋ ਗਏ ਤੇ ਕਰੀ ਤੁਫੰਗਾ ਤਿਆਰ। ਸਾਰਿਆਂ ਨੇ ਆਪੋ ਆਪਣੀਆਂ ਬੰਦੂਕਾਂ ਤਿਆਰ ਕਰ ਲਈਆਂ। ਦਸਤਰਾਂ ਕਰ ਤਜ ਗਏ ਹੋਣ ਲੱਗੀ ਤਬ ਮਾਰ। ਜਦੋਂ ਐਨ ਆਮੋ ਸਾਹਮਣੇ ਇੱਕ ਦੂਜੇ ਦੇ ਖੜ ਗਏ ਤੇ ਸੂਰਮਿਆਂ ਨੇ ਨਿਸ਼ਾਨੇ ਸੇਧ ਕੇ, ਦਸਤਰਵਾਂ ਨਾਮ ਹੈ ਨਿਸ਼ਾਨਾ ਸੇਧਣ ਦਾ, ਨਿਸ਼ਾਨੇ ਵਿੰਨ ਕੇ ਸਿਸਤ ਲੈ ਕੇ ਉਹ ਬੰਦੂਕਾਂ ਚਲਾ ਦਿੱਤੀਆਂ ਤੇ ਉਸ ਵੇਲੇ ਮਾਰੋ ਮਾਰ ਹੋਣ ਲੱਗੀ। ਜੋ ਪਏ ਹਿਤ ਹੈ ਰਣ ਕੇ ਜੰਗ ਤਮਾਸ਼ਾ। ਇਹ ਜੰਗ ਦਾ ਸਾਰਾ ਤਮਾਸ਼ਾ ਕੌਤਕ ਜਿਹੜਾ ਸੀ ਇਸ ਨੂੰ ਵੇਖਣ ਦੇ ਲਈ ਸ਼੍ਰੀ ਕਲਗੀਧਰ ਹਰਾਏ ਇੱਕ ਪਾਸਾ। ਸਤਿਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਕ ਪਾਸੇ ਇੱਕ ਕੋਨੇ ਤੇ ਹੋ ਕੇ ਖੜ ਗਏ ਦੇਖਣ ਲਈ। ਉੱਚੇ ਥਲ ਪਰ ਹਰਾਏ ਬਿਤ ਰਹੇ।
ਸਤਿਗੁਰ ਸੱਚੇ ਪਾਤਸ਼ਾਹ ਜੀ ਉੱਚੀ ਜਗ੍ਹਾ ਦੇ ਉੱਤੇ ਖੜ ਕੇ ਇੱਕ ਜਗ੍ਹਾ ਤੇ ਦੇਖ ਰਹੇ ਹਨ। ਦੋਨੋਂ ਦਿਸ਼ ਕੇ ਦਲ ਕੋ ਲਹੇ, ਦੋਵੇਂ ਦਿਸ਼ਾਵਾਂ ਦਾ ਦਲ ਸਤਿਗੁਰੂ ਜੀ ਨੇ ਉੱਥੋਂ ਨਜ਼ਰੀ ਪੈ ਰਿਹਾ। ਦੋਵੇਂ ਪਾਸੇ ਸਤਿਗੁਰੂ ਦੀ ਨਿਗਾਹ ਜਾ ਰਹੀ ਹੈ ਜਿੱਥੇ ਇਹ ਸਥਿਤ ਖੜੇ ਹਨ। ਸਿੰਘ ਆਠ ਸੈ ਹੋਏ ਸਾਵਧਾਨੇ, ਸਤਿਗੁਰੂ ਜੀ ਦੇ ਨਾਲ ਜਿਹੜੇ ਸਿੰਘ ਹੈ ਉਹਨਾਂ ਦੀ ਗਿਣਤੀ 800 ਹੈ, ਪਰ ਸਾਰੇ ਹੈ ਬੜੇ ਸਾਵਧਾਨ, ਬੜੇ ਤਿਆਰ ਬਰ ਤਿਆਰ। 10,000 ਕਿਰਪਤ ਪਟ ਆਨੇ, ਉਧਰ ਜਿਹੜੀ ਪਹਾੜੀ ਰਾਜਿਆਂ ਦੀ ਫੌਜ ਹੈ ਉਹਦੀ ਗਿਣਤੀ 10,000 ਚੜ੍ਹਾਈ ਕਰਕੇ ਆ ਰਹੇ ਹਨ। ਜਵਾਲਾ ਬੰਮਣੀ ਕੀ ਥਿਰ ਮਾਲਾ, ਇੱਧਰ ਸਤਿਗੁਰੂ ਸਾਹਿਬ ਜੀ ਦੇ ਜਿਹੜੇ ਸਿਪਾਹੀ ਹਨ, ਲੜਨ ਵਾਲੇ ਯੋਧੇ ਸੂਰਮੇ ਖਾਲਸੇ, ਉਹਨਾਂ ਨੇ ਇੱਕ ਕਤਾਰ ਬੰਨ੍ਹ ਲਈ ਜਿੰਨੇ ਵੀ ਬੰਦੂਕਾਂ ਵਾਲੇ ਸਨ, ਛੋਟੇ ਕੁਬਾਰ ਪ੍ਰਕਾਸ਼ੀ ਜਵਾਲਾ, ਤੇ ਇੱਕੇ ਵਾਰੀ ਸਾਰਿਆਂ ਨੇ ਇਕੱਠਿਆਂ ਨੇ ਫੈਰ ਖੋਲ ਦਿੱਤਾ ਤੇ ਬਹੁਤ ਸਾਰੀ ਜਵਾਲਾ ਅੱਗ ਉਹਨਾਂ ਵਿੱਚੋਂ ਨਿਕਲੀ। ਘਟਾ ਚਮੂ ਮੈਂ ਚੜਤਾ ਜਾਏ ਜਾਗੇ, ਹਾਂ, ਕਹਿੰਦੇ ਘਟਾ ਚਮੂ ਮੈਂ, ਜਿਹੜਾ ਚਮੂ ਹੈ ਫੌਜ ਆ ਸਾਹਮਣੇ, ਉਹ ਬੱਦਲਾਂ ਦੀ ਤਰ੍ਹਾਂ ਹੈ। ਤੇ ਇਉਂ ਲੱਗਦਾ ਵੀ ਜਦੋਂ ਇਹ ਬੰਦੂਕਾਂ ਦੇ ਵਿੱਚੋਂ ਗੋਲੀਆਂ ਨਿਕਲੀਆਂ ਨਾ, ਇੱਕਦਮ ਇੰਨੀ ਅੱਗ ਨਿਕਲੀ ਜਿਵੇਂ ਬੱਦਲ ਹੋਏ ਹੋਣ ਨਾ ਆਕਾਸ਼ ਦੇ ਵਿੱਚ, ਆਕਾਸ਼ੀ ਬਿਜਲੀ ਚਮਕਦੀ ਹੈ। ਕਰਤਾ ਬਰਕਤ ਗੁਲਕਾਂ ਲਾਗੇ, ਹਾਂ, ਤੇ ਗੋਲੀਆਂ ਜਿਹੜੀਆਂ ਜਾ ਕੇ ਇਉਂ ਵਰਦੀਆਂ ਜਿਵੇਂ ਗੜੇ ਡਿੱਗਦੇ ਹੁੰਦੇ ਹਨ। ਹੈ ਕੋ ਫੇਰ ਤੁਫੰਗ ਚਲਾਵੈ, ਹਾਂ, ਗੁਰੂ ਕੇ ਖਾਲਸੇ ਹੈ ਕੋ ਫੇਰ ਘੋੜਿਆਂ ਨੂੰ ਫੇਰ ਫੇਰ ਕੇ ਘੁਮਾ ਕੇ ਤੇ ਆਪਣੀਆਂ ਤਫੰਗਾ ਬੰਦੂਕਾਂ ਚਲਾ ਰਹੇ ਹਨ। ਵਧੇ ਅਗਰ ਕੋ ਮਾਰ ਗਿਰਾਵੈ, ਜਿਹੜਾ ਵੀ ਅੱਗੇ ਨੂੰ ਵੱਧਦਾ ਉਸੇ ਨੂੰ ਮਾਰ ਕੇ ਸੁੱਟ ਦਿੰਦੇ ਹਨ। ਦੇਖ ਪਰਸਪਰ ਭਨੈ ਪਹਾਰੇ, ਸੋ ਜਦੋਂ ਇਹ ਦੋਵੇਂ ਪਾਸਿਆਂ ਤੋਂ ਦੇਖ ਰਹੇ ਹਨ ਪਹਾੜੀ ਰਾਜੇ ਵੀ ਗੁਰੂ ਕੇ ਯੋਧੇ ਬੰਦੂਕਾਂ ਚਲਾਉਂਦੇ ਆ, ਘੋੜੇ ਭਜਾ ਕੇ ਨਿਸ਼ਾਨੇ ਮਾਰਦੇ ਆ, ਸਾਡੇ ਵਾਲੇ ਸੈਨਿਕ ਜਿਹੜੇ ਡਿੱਗ ਰਹੇ ਆ। ਇਸ ਤਰ੍ਹਾਂ ਦੇਖ ਕੇ ਪਹਾੜੀ ਰਾਜੇ ਕਹਿਣ ਲੱਗੇ, ਇਹ ਵਿਦਿਆ ਸਿੰਘਨ ਮੈਂ ਭਾਰੇ, ਕਹਿੰਦੇ ਸਾਡੇ ਸਿਪਾਹੀ ਤਾਂ ਕਮਜ਼ੋਰ ਹੈ, ਇਹ ਵਿਦਿਆ ਸਿੰਘਨ ਮੈਂ ਭਾਰੀ। ਸਿੰਘਾਂ ਦੇ ਵਿੱਚ ਇਹ ਜਿਹੜੀ ਬੰਦੂਕ ਦੀ ਵਿਦਿਆ ਨਾ, ਨਿਸ਼ਾਨੇਬਾਜ਼ੀ ਹੈ ਜਿਹੜੀ, ਇਹਨਾਂ ਕੋਲੇ ਭਾਰੀ ਵਿਦਿਆ, ਵੱਡੀ ਵਿਦਿਆ ਹੈ। ਹਾਏ ਧਵਾਏ ਪੁਨ ਹਤੈ ਨਿਸ਼ਾਨੇ, ਕਹਿੰਦੇ ਵੇਖੋ ਇੱਕ ਜਗ੍ਹਾ ਖੜ ਕੇ ਨਿਸ਼ਾਨਾ ਲਾਉਣਾ ਉਹ ਤਾਂ ਸੌਖਾ ਕੰਮ ਹੁੰਦਾ ਹੈ, ਪਰ ਗੁਰੂ ਕੇ ਖਾਲਸੇ ਕੀ ਕਰਦੇ ਆ, ਹੈ ਧਵਾਏ, ਕਹਿੰਦੇ ਘੋੜਿਆਂ ਨੂੰ ਭਜਾਉਂਦੇ ਆ ਤੇ ਭੱਜੇ ਜਾਂਦੇ, ਨਿਸ਼ਾਨਾ ਸਿੰਨ ਕੇ ਮਾਰਦੇ ਹਨ। ਵਿੱਚ ਬਚਾਏ ਕਰ ਬਹੁਰ ਪਿਆਨੇ, ਤੇ ਇਹ ਨਹੀਂ ਕੱਲਾ ਨਿਸ਼ਾਨਾ ਹੀ ਲਾਉਂਦੇ ਆ, ਨਿੱਜ ਬਚਾਏ ਕਰ, ਆਪਣਾ ਬਚਾਅ ਵੀ ਕਰਦੇ ਹਨ ਤੇ ਘੋੜੇ ਨੂੰ ਭਜਾ ਕੇ ਵਾਪਸ ਲੈ ਜਾਂਦੇ ਹਨ। ਕਰ ਹੰਕਾਰ ਖਾਲਸਾ ਦੇ, ਜਦੋਂ ਗੁਰੂ ਕੇ ਖਾਲਸਾ ਨੇ ਆਹ ਗੱਲਾਂ ਸੁਣੀਆਂ ਨਾ, ਵੀ ਜਿਹੜੀ ਪਹਾੜੀ ਫੌਜ ਹੈ ਉਹ ਵੀ ਸਾਡੀ ਮਹਿਮਾ ਕਰਨ ਲੱਗ ਗਈ, ਤੇ ਕਵੀ ਜੀ ਇੱਥੇ ਕਹਿੰਦੇ ਖਾਲਸੇ ਦੇ ਮਨ ਦੇ ਵਿੱਚ ਥੋੜਾ ਜਿਹਾ ਅਭਿਮਾਨ, ਹੰਕਾਰ ਆ ਗਿਆ। ਓਰਡ ਪਰੇ ਅਗਰ ਕੋ ਤਲੇ, ਉਸੇ ਵੇਲੇ ਹੀ ਕਹਿੰਦੇ ਓਰਡ ਪਰੇ ਧਾ ਕੇ ਪੈ ਗਏ ਅੱਗੇ ਨੂੰ। ਭੀਮ ਚੰਦ ਨਿਜ ਅੰਗ ਬਚਾਏ, ਉਧਰ ਰਾਜਾ ਭੀਮ ਚੰਦ ਉਹ ਵੀ ਆਪਣੇ ਸਰੀਰ ਦੇ ਅੰਗਾਂ ਦਾ ਬਚਾਅ ਕਰ ਰਿਹਾ ਹੈ। ਰਣ ਕੇ ਸਨਮੁਖ ਸਕੈ ਨ ਆਏ, ਸਾਹਮਣੇ ਨਹੀਂ ਆ ਰਿਹਾ, ਰਣ ਦੇ ਵਿੱਚ ਮੈਦਾਨੇ ਜੰਗ ਵਿੱਚ ਲੁਕਿਆ ਖੜਾ ਹੈ। ਭੂਪ ਚੰਦ ਹੰਡੂਰੀ ਧਾਰਿਓ, ਭੂਪ ਚੰਦ ਜਿਹੜਾ ਹੰਡੂਰੀਆ ਰਾਜਾ ਉਹ ਧਾ ਕੇ ਪਿਆ, ਹੱਲਾ ਕਰਕੇ ਪਿਆ, ਦੇਵ ਸ਼ਰਨ ਕੋ ਸੰਗ ਮਿਲਾਇਓ, ਤੇ ਨਾਲ ਆਪਣੇ ਇਹਨੇ ਰਾਜੇ ਦੇਵ ਸ਼ਰਨ ਨੂੰ ਲਿਆ ਤੇ ਸਿੰਘਾਂ ਦੀ ਫੌਜ ਦੇ ਉੱਤੇ ਆ ਕੇ ਪੈ ਗਿਆ। ਸੋ ਰਾਜਾ ਦੇਵ ਸ਼ਰਨ ਇੱਥੇ ਕਵੀ ਜੀ ਨੇ ਕੱਲ ਵੀ ਆਪਾਂ ਵਿਚਾਰ ਕੀਤੀ ਸੀ ਕਿ ਨਾਹਣ ਦਾ ਰਾਜਾ ਲਿਖਿਆ ਹੈ, ਪਰ ਨਾਹਣ ਦਾ ਰਾਜਾ ਜਿਹੜਾ ਮੇਦਨੀ ਪ੍ਰਕਾਸ਼ ਸੀ, ਜੇਕਰ ਦੇਵ ਸ਼ਰਨ ਜੀ ਉਹਨਾਂ ਦੇ ਇਹ ਪਰਿਵਾਰ ਦੇ ਵਿੱਚੋਂ ਹੈ ਤੇ ਉਹ ਤੇ ਗੁਰੂ ਕੇ ਸਿੱਖ ਸਨ। ਸਾਰੀ ਉਮਰ ਉਹਨਾਂ ਨੇ ਗੁਰੂ ਸਾਹਿਬ ਦਾ ਸਾਥ ਨਿਭਾਇਆ, ਪਹਾੜੀ ਰਾਜਿਆਂ ਦੇ ਨਾਲ ਨਹੀਂ ਉਹ ਹੋਏ ਕਿਤੇ ਵੀ। ਤੇ ਫਿਰ ਇਹ ਯਥਾਰਥ ਨਹੀਂ ਹੈ ਬਚਨ ਇੱਥੇ। ਤੇ ਜੇਕਰ ਇਹ ਕੋਈ ਹੋਰ ਰਾਜਾ ਦੇਵ ਸ਼ਰਨ ਹੈ ਤਾਂ ਫਿਰ ਆਪਾਂ ਇਹ ਅਰਥ ਲੈਂਦੇ ਹਾਂ ਵੀ ਇੱਕ ਹੋਰ ਪਹਾੜੀ ਰਾਜੇ ਨੂੰ ਨਾਲ ਲੈ ਕੇ ਭੂਪ ਚੰਦ ਹੰਡੂਰੀਆ ਅੱਗੇ ਵਧਿਆ। ਬਹੁਰ ਵਜ਼ੀਰ ਸਿੰਘ ਰਣ ਘਾਲਾ, ਉਸ ਤੋਂ ਬਾਅਦ ਵਜ਼ੀਰ ਸਿੰਘ ਨੇ ਰਣ ਘਾਲਿਆ, ਆ ਕੇ ਮੈਦਾਨੇ ਜੰਗ ਵਿੱਚ ਡਟ ਗਿਆ। ਛੂਟਤ ਗੁਲਕਾਂ ਨਾਦ ਕਰਾਨਾ, ਛੁੱਟਦੀਆਂ ਹਨ ਗੁਲਕਾਂ ਜਿਹੜੀਆਂ ਗੋਲੀਆਂ ਬੰਦੂਕ ਦੇ ਵਿੱਚੋਂ, ਤੇ ਬਹੁਤ ਭਾਰੀ ਜਿਹੜੀ ਕੁਰਲਾਹਟ ਪੈਦਾ ਹੋ ਰਹੀ ਹੈ, ਜਿਹੜਾ ਨਾਦ ਪੈਦਾ ਹੋ ਰਿਹਾ, ਆਵਾਜ਼ ਪੈਦਾ ਹੋ ਰਹੀ ਹੈ। ਸਾਬ ਸਿਪਾਹ ਕੋ ਆਗੈ ਧਰਿਓ, ਸਾਰੇ ਸਿਪਾਹੀਆਂ ਨੂੰ ਅੱਗੇ ਕੀਤਾ ਹੈ। ਆਪੇ ਲੜਨਾ ਹੇਤ ਮਨ ਕਰਿਓ, ਹਾਂ, ਰਾਜੇ ਹਰੀ ਚੰਦ ਵਰਗਿਆਂ ਨੇ ਆਪ ਵੀ ਮਨ ਕੀਤਾ ਹੈ, ਇਹ ਵਜ਼ੀਰ ਸਿੰਘ ਵਰਗੇ ਇਹਨਾਂ ਨੇ ਸਾਰੇ ਜਿਹੜੇ ਆਏ ਹੈ
ਸੋ ਇਹਨਾਂ ਨੇ ਆਪ ਵੀ ਇਹਨਾਂ ਦਾ ਮਨ ਕੀਤਾ ਵੀ ਅੱਗੇ ਜਾ ਕੇ ਮੈਦਾਨੇ ਜੰਗ ਵਿੱਚ ਲੜੀਏ। ਬਹੁਤ ਤੜਾਪਣ ਸ਼ਬਦ ਤਫੰਗਾ ਹਾਂ, ਤੇ ਤਾੜ ਤਾੜ ਹੋ ਰਹੀ ਹੈ ਬੰਦੂਕਾਂ ਦੀਆਂ ਗੋਲੀਆਂ ਦੀ। ਜਿਹੜੇ ਸੂਰ ਲਾਗੀ ਜਨ ਅੰਗ ਜਿਹੜੇ ਜਿਹੜੇ ਸੂਰਮਿਆਂ ਦੇ ਅੰਗਾਂ ਨੂੰ ਲੱਗਦੀਆਂ, ਸਰੀਰ ਵਿੱਚ ਲੱਗਦੀਆਂ, ਧਰਤੀ ਤੇ ਡਿੱਗ ਰਹੇ ਹਨ। ਨਿਕਸਸ਼ਤ ਰਕਤ ਵਿਸਾਲਾ ਸੂਰਮਿਆਂ ਦੇ ਸਰੀਰ ਦੇ ਵਿੱਚ ਲੱਗੇ ਹੋਏ ਫੱਟਾਂ ਦੇ ਵਿੱਚੋਂ ਖੂਨ ਰਿਸ ਰਿਸ ਕੇ ਧਰਤੀ ਦੇ ਵਿੱਚ ਉੱਤੇ ਪੈ ਰਿਹਾ, ਤੇ ਧਰਤੀ ਵਿਸ਼ਾਲ ਲਾਲ ਰੰਗ ਦੀ ਲਾਲ ਰੱਤੀ ਹੋਈ ਪਈ ਹੈ। ਲੱਗੇ ਕਰਾਹਨ ਘਾਇਲ जाला ਹਾਂ, ਜਿਹੜੇ ਘਾਇਲ ਹੋ ਗਏ, ਜ਼ਖਮੀ ਹੋ ਗਏ, ਉਹ ਬੜੇ ਦੁੱਖ ਦੇ ਨਾਲ ਕਰਾ ਰਹੇ ਆ, ਬੜੀ ਕੂਕ ਪੁਕਾਰ ਕਰ ਰਹੇ ਆ ਉੱਚੀ ਉੱਚੀ। ਪੁੰਨ ਚੰਬੇਲ ਆਨ ਕਰ ਲਰੇ ਫਿਰ ਉਸ ਤੋਂ ਬਾਅਦ ਚੰਬੇਲ ਆਣ ਕੇ ਲੜੇ ਹਨ। ਆਜਦ ਅਨਕ ਪ੍ਰਹਾਰ ਨ ਕਰੇ ਅਨੇਕਾਂ ਪ੍ਰਕਾਰ ਦੇ ਸ਼ਾਸਤਰਾਂ ਦਾ ਇਹਨਾਂ ਨੇ ਆ ਕੇ ਵਾਰ ਕੀਤਾ। ਕੁੱਲੂ ਕੈਂਠਲ ਤੇਜ ਸਵਾਰੇ ਹਾਂ, ਕੁੱਲੂ ਵਾਲੇ, ਕੈਂਠਲ ਵਾਲੇ ਤੇ ਜਸ ਵਾਲੀਆ ਰਾਜਾ। ਵੀਰ ਸਿੰਘ ਪਹੁੰਚਿਓ ਬਲ ਭਾਰੇ ਰਾਜਾ ਵੀਰ ਸਿੰਘ ਜਿਹੜਾ ਭਾਰੇ ਬਲ ਵਾਲਾ ਹੈ, ਉਹ ਵੀ ਪਹੁੰਚਿਆ। ਤੇ ਆਲਮ ਸਿੰਘ ਅਗਾਰੇ ਇੱਧਰ ਗੁਰੂ ਕੇ ਖਾਲਸੇ ਵਾਲੀ ਫੌਜ ਦੇ ਪਾਸਿਓਂ ਭਾਈ ਆਲਮ ਸਿੰਘ ਜੀ ਉਹ ਅੱਗੇ ਹੋ ਕੇ ਲੜਦੇ ਹਨ। ਉਹਦੇ ਸਿੰਘ ਗਨ ਬਾਣ ਪ੍ਰਹਾਰੇ ਇੱਧਰ ਬਾਬਾ ਬਚਿੱਤਰ ਸਿੰਘ ਜੀ ਦੇ ਵੱਡੇ ਭਰਾਤਾ ਬਾਬਾ ਉਦੇ ਸਿੰਘ ਜੀ, ਭਾਈ ਉਦੇ ਸਿੰਘ ਜੀ ਨੇ ਤੀਰਾਂ ਦਾ ਮੀਂਹ ਵਰਾ ਦਿੱਤਾ। ਦਸ਼ਨ ਭੇਜਿਓ ਨਰ ਗੁਸਾਏ ਉਸ ਵੇਲੇ ਮਾਲਕ ਨੇ ਸਵਾਮੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਇੱਕ ਖਾਲਸੇ ਨੂੰ ਇਹਨਾਂ ਕੋਲ ਭੇਜਿਆ। ਸਕਲ ਖਾਲਸੇ ਦਿਓ ਸੁਨਾਏ ਕਹਿੰਦੇ ਸਾਰੇ ਖਾਲਸਿਆਂ ਨੂੰ ਜਾ ਕੇ ਮੇਰਾ ਹੁਕਮ ਸੁਣਾ ਦਿਓ। ਮਦੋ ਨਾ ਆਕੇ ਫਿਰ ਹਰਾ ਲਰੋ ਸਤਿਗੁਰੂ ਜੀ ਕਹਿੰਦੇ ਅੱਗੇ ਨਾ ਵਧੋ, ਇੱਕ ਜਗ੍ਹਾ ਟਿਕ ਕੇ ਲੜਾਈ ਲੜਦੇ ਰਹੋ। ਵਾਲਾ ਬੰਨਣੀ ਸ਼ੋਰ ਨ ਕਰੋ ਹਾਂ, ਸਤਿਗੁਰੂ ਯੁੱਧ ਨੀਤੀ ਦੱਸ ਰਹੇ ਆ, ਕਹਿੰਦੇ ਹੋਰ ਕੁਝ ਨਾ ਕਰੋ, ਤੀਰ ਨਾ ਚਲਾਓ, ਕਿਰਪਾਨਾਂ ਨਾਲ ਨਾ ਲੜੋ, ਵਰਸ਼ੇ ਭਾਲਿਆਂ ਨਾਲ ਹਲੇ ਲੜਨ ਦਾ ਵੇਲਾ ਨਹੀਂ, ਕਹਿੰਦੇ ਸਿਰਫ ਬੰਦੂਕਾਂ ਚਲਾਉਂਦੇ ਰਹੋ। ਸੁਣਿਓ ਹੁਕਮ ਕੋ ਟਿਕ ਟਿਕ ਲਰੇ ਸਤਿਗੁਰੂ ਜੀ ਦਾ ਹੁਕਮ ਸੁਣਿਆ, ਸਤਿਗੁਰੂ ਦੀ ਯੁੱਧ ਨੀਤੀ ਨੂੰ ਸੁਣ ਕੇ ਇਹ ਸਾਰੇ ਟਿਕ ਕੇ ਇੱਕੋ ਜਗ੍ਹਾ ਰੁਕ ਕੇ ਲੜਾਈ ਲੜਨ ਲੱਗੇ। ਆਗੇ ਨਹੀਂ ਬਪੈ ਪਟ ਫਿਰੇ ਅੱਗੇ ਨਹੀਂ ਵੱਧਦੇ, ਜਿਹੜਾ ਕੋਈ ਸੂਰਮਾ ਆ ਕੇ ਇਹਨਾਂ ਨਾਲ ਭਿੜਦਾ ਹੈ, ਉਹਦੇ ਨਾਲ ਭੇੜ ਹੋ ਜਾਂਦਾ ਹੈ। ਮਿਲ ਪਹਾੜੀਆਂ ਨਾ ਕਾਲਿਓ ਹੇਲਾ ਸਾਰੇ ਪਹਾੜੀਆਂ ਨੇ ਮਿਲ ਕੇ ਜਦੋਂ ਇੱਕੋ ਵਾਰੀ ਹੱਲਾ ਬੋਲਿਆ, ਮਾਰ ਮਾਰ ਕਰ ਹੋ ਰਹਿ ਮੇਲਾ ਮਾਰੋ, ਮਾਰ ਦਿਓ ਸਿੱਖਾਂ ਨੂੰ, ਮਾਰ ਦਿਓ ਖਾਲਸੇ ਨੂੰ, ਇਸ ਤਰ੍ਹਾਂ ਦਾ ਰੌਲਾ ਰੱਪਾ ਪਾਉਂਦੇ ਆ ਗਏ। ਦਬ ਢੋਲ ਪਟੇ ਉਹ ਬਾਜੇ ਹਾਂ, ਦੁੰਦਬ ਨਗਾਰੇ ਵੱਜ ਰਹੇ ਆ, ਢੋਲ ਵੱਜ ਰਹੇ ਆ, ਪਟਹਿ ਬਹੁ ਬਾਜੇ। ਪਟਹਿ ਜਿਹੜੇ ਹੁੰਦੇ ਆ, ਇਹ ਵੀ ਇੱਕ ਤਰ੍ਹਾਂ ਦਾ ਨਗਾਰਾ ਹੀ ਹੁੰਦਾ, ਘੋੜੇ ਉੱਪਰ ਰੱਖਿਆ। ਇਹਨੂੰ ਡੰਡਿਆਂ ਨਾਲ ਨਹੀਂ ਵਜਾਇਆ ਜਾਂਦਾ ਖਾਲਸਾ ਜੀ, ਇਹਨੂੰ ਕੱਪੜੇ ਨੂੰ ਵੱਟ ਦੇ ਕੇ ਨਾ ਬਹੁਤ ਸਖਤ ਕਰ ਲਿਆ ਜਾਂਦਾ ਤੇ ਉਹਦੇ ਨਾਲ ਵਜਾਇਆ ਜਾਂਦਾ, ਇਹਨੂੰ ਪਟਹਿ ਕਹਿੰਦੇ ਆ। ਸੋ ਇਸ ਤਰ੍ਹਾਂ ਹਰ ਪ੍ਰਕਾਰ ਦੇ ਨਗਾਰੇ ਢੋਲ ਆਦਿਕ ਵੱਜੇ। ਮਾਰੂ ਰਾਗ ਸੁਨਤ ਪਟ ਗਾਜੇ ਹਾਂ, ਮਾਰੂ ਰਾਗ ਸੁਣ ਕੇ ਜਿਹੜੇ ਭੱਟ ਹਨ, ਸੂਰਮੇ ਹਨ, ਗੱਜਦੇ ਹਨ ਮੈਦਾਨੇ ਜੰਗ ਵਿੱਚ। ਮਟ ਜਿਵੇਂ ਉਸਲੇ ਛਾਲ ਚਲੰਗੇ ਜਿਵੇਂ ਨਟ ਬਾਜੀਗਰ ਛਾਲਾਂ ਮਾਰਦੇ ਆ ਨਾ, ਯੋਧੇ ਆਉ ਛਾਲਾਂ ਮਾਰਦੇ ਆ ਰਹੇ ਹਨ। ਕਹਿ ਕਹਿ ਸਿਪਰ ਕਿਰਪਾਨ ਹੱਥ ਵਿੱਚ ਫੜ ਕੇ ਢਾਲਾਂ ਅਤੇ ਨੰਗੀਆਂ ਕਿਰਪਾਨਾਂ ਨੂੰ। ਓਰਣ ਪੜੇ ਵੀਰ ਇੱਕ ਬਾਰੀ ਹਾਂ, ਧਾ ਕੇ ਪੈ ਗਏ ਸਾਰੇ ਸੂਰਮੇ ਇੱਕੋ ਵਾਰੀ, ਇੱਕੋ ਹੱਲੇ ਵਿੱਚ। ਸਿੰਘਨ ਲੱਗ ਪਹੁੰਚੇ ਬਲ ਭਾਰੇ ਹਾਂ, ਸਿੰਘਾਂ ਦੇ ਤੱਕ ਬਹੁਤ ਭਾਰੇ ਬਲ ਦੇ ਨਾਲ ਪਹਾੜੀ ਰਾਜਿਆਂ ਦੀ ਇਹ ਫੌਜ ਪਹੁੰਚ ਗਈ। ਛੇਲੇ ਵਰਸ਼ੇ ਆਣ ਚਲਾਏ ਇਹਨਾਂ ਨੇ ਸੇਲੇ ਚਲਾਏ, ਵਰਸ਼ੇ ਚਲਾਏ, ਵਰਸ਼ਿਆਂ ਦੇ ਬਹੁਤ ਵਾਰ ਕੀਤੇ ਆ ਕੇ। ਸਿੰਘਨ ਸਨਮੁਖ ਘਾਵ ਸੁਖਾਏ ਹਾਂ, ਸਿੰਘਾਂ ਨੇ ਵੀ ਸਨਮੁਖ ਹੋ ਕੇ ਫੱਟ ਖਾਦੇ ਸਰੀਰਾਂ ਦੇ ਉੱਤੇ। ਭਾਵਨਾ ਤਜੀ ਅਰੇ ਰਣ ਰਹੇ ਪਰ ਗੁਰੂ ਕੇ ਖਾਲਸਿਆਂ ਨੇ ਆਪਣੀ ਜਗ੍ਹਾ ਨਹੀਂ ਛੱਡੀ, ਇੱਕ ਕਦਮ ਪਿੱਛੇ ਨਹੀਂ ਹਟਾਇਆ, ਮੈਦਾਨੇ ਜੰਗ ਵਿੱਚ ਅੜ ਕੇ ਖੜੇ ਰਹੇ। ਗੁਰ ਪ੍ਰਤਾਪ ਤੇ ਰਿਪਗੰਧ ਹੈ ਸਤਿਗੁਰੂ ਜੀ ਦੇ ਤੇਜ ਪ੍ਰਤਾਪ, ਸਤਿਗੁਰੂ ਦੀ ਸ਼ਕਤੀ ਦੇ ਨਾਲ ਬਹੁਤ ਸਾਰੇ ਦੁਸ਼ਮਣਾਂ ਨੂੰ ਮਾਰ ਦਿੱਤਾ। ਧਾਨੀ ਹੇਲ ਝਾਲ ਪਟ ਕਰੇ ਹਾਂ, ਜਿਹੜਾ ਬਹੁਤ ਵੱਡਾ ਹੱਲਾ ਕੀਤਾ ਸੀ ਪਹਾੜੀ ਰਾਜਿਆਂ ਦੇ ਸਿਪਾਹੀਆਂ ਨੇ, ਸੂਰਮਿਆਂ ਨੇ, ਪਰ ਇਹ ਗੁਰੂ ਕੇ ਖਾਲਸੇ ਸੂਰਮੇ ਅੜ ਕੇ ਖੜੇ ਰਹੇ। ਇਤਨੇ ਵਿਖੈ ਸਿੰਘ ਰਿਸ ਭਰੇ ਇੰਨੇ ਵਿੱਚ ਸਿੰਘਾਂ ਦੇ ਵਿੱਚ ਭਾਰੀ ਰੋਸ ਪੈਦਾ ਹੋ ਗਿਆ। ਖੜਗ ਨਿਆਮ ਤੇ ਖੈਂਚ ਨਿਕਾਰੇ ਗੁਰੂ ਕੇ ਖਾਲਸਿਆਂ ਨੇ ਸ਼ਰ ਕਰਦਿਆਂ ਕਿਰਪਾਨਾਂ ਆਪਣੇ ਮਿਆਨਾਂ ਵਿੱਚ ਧੂ ਲਈਆਂ। ਤੁਰਤ ਫੁਰਤ ਕਰ ਹਤੇ
ਜੁਝਾਰੇ ਉਸੇ ਵੇਲੇ ਤੁਰਤ ਫੁਰਤ ਹੀ ਝਟਪਟ ਹੀ ਬਹੁਤ ਸਾਰੇ ਜੁਝਾਰੂ ਯੋਧੇ ਪਹਾੜੀਆਂ ਦੇ ਖਾਲਸੇ ਨੇ ਮਾਰ ਸੁੱਟੇ। ਜਬ ਦਸ 20 ਅਗਰ ਕੇ ਮਾਰੇ ਜਦੋਂ 10-20 ਅਗਲੀ ਕਤਾਰ ਵਾਲੇ ਪਹਾੜੀਆਂ ਦੇ ਮਾਰ ਦਿੱਤੇ ਵੱਡੇ ਕੁਸ਼ਕ ਛਤਰ ਡਰ ਧਾਰੇ ਤੇ ਕੁਝ ਕੁ ਪਛਾਹ ਨੂੰ ਹਟ ਗਏ ਜਿਹੜੇ ਡਰ ਧਾਰ ਕੇ ਦੁਸ਼ਮਣ। ਦੇਖਤ ਭਇਓ ਖਾਲਸਾ ਆਗੇ ਹਾਂ, ਖਾਲਸੇ ਨੇ ਜਦੋਂ ਵੇਖਿਆ ਇਹ ਪਛਾਹ ਨੂੰ ਮੁੜ ਗਏ, ਖਾਲਸਾ ਹੋਰ ਅੱਗੇ ਵੱਧ ਪਿਆ। ਮੋਰਾ ਛੋੜ ਪਹਾੜੀ ਭਾਗੇ ਹਾਂ, ਖਾਲਸੇ ਨੇ ਵੇਖਿਆ ਕਿ ਮੋਹਰਾ ਛੱਡ ਕੇ ਅਗਲਾ ਪਾਸਾ ਫਰੰਟ ਛੱਡ ਕੇ ਪਹਾੜੀਏ ਪਿੱਛੇ ਨੂੰ ਭੱਜ ਤੁਰੇ ਹਨ। ਅਰੇ ਗੈਲ ਮੈਂ ਟਲੇ ਨ ਟਾਲੇ ਫਿਰ ਗੁਰੂ ਕੇ ਖਾਲਸੇ ਵੀ ਪਿੱਛੇ ਪੈ ਗਏ, ਇਹਨਾਂ ਦੇ ਭੱਜ ਭੱਜ ਕੇ ਟਾਲੇ ਨਹੀਂ ਟਲਦੇ ਕਿਸੇ ਤੋਂ। ਖੜਕਿਓ ਖੜਕ ਕਰਾਲ ਵਿਸਾਡੇ ਹਾਂ, ਬੜਾ ਕਰਾਲ, ਬੜੀ ਭਿਆਨਕ ਆਵਾਜ਼ ਹੋ ਰਹੀ ਹੈ ਖੰਡਿਆਂ ਦੇ ਖੜਕਣ ਦੀ, ਕਿਰਪਾਨਾਂ ਦੇ ਖੜਕਣ ਦੀ ਮੈਦਾਨੇ ਜੰਗ ਵਿੱਚ। ਸ਼ਾਂਤ ਜਗਾ ਜੁਦ ਜਾਗਾ ਹਾਂ, ਜਿਸ ਵੇਲੇ ਯੁੱਧ ਭਖ ਗਿਆ ਬਹੁਤ, ਵੱਡੇ ਸੀਸ ਬਾਗਾ ਬਹੁਤ ਸਾਰੇ ਸੂਰਮਿਆਂ ਦੇ ਸਿਰ ਕੱਟੇ ਗਏ, ਬਾਗਾਂ ਵਾਲੇ ਹੱਥਾਂ ਦੇ ਸਮੇਤ, ਤੇ ਬਾਗਾ ਨਾਮ ਵਸਤਰਾਂ ਦਾ ਵੀ ਹੈ, ਪੁਸ਼ਾਕਾਂ ਦੇ ਸਮੇਤ ਹੀ ਬਹੁਤਿਆਂ ਦੇ ਸਿਰ ਕੱਟ ਵੱਢ ਕੇ ਸੁੱਟ ਦਿੱਤੇ। ਵੱਡੇ ਖੰਗ ਧਾਰਾ ਹਾਂ, ਇਸ ਤਰ੍ਹਾਂ ਕਹਿੰਦੇ ਖੱਗ ਖੰਡਿਆਂ ਦੇ ਨਾਲ ਕਹਿੰਦੇ ਬਹੁਤ ਸਾਰਿਆਂ ਨੂੰ ਵੱਢ ਦਿੱਤਾ ਖੰਡੇ ਦੀ ਧਾਰ ਨਾਲ। ਜਥਾ ਕਾਟ ਜਿਵੇਂ ਕਹਿੰਦੇ ਆਰਾ ਲੱਕੜ ਨੂੰ ਚੀਰਦਾ, ਇਉਂ ਸਿਰ ਵੱਢੇ ਜਾ ਰਹੇ ਹਨ। ਤੇਰੇ ਜੁਦ ਸੁਰਾ ਮੈਦਾਨੇ ਜੰਗ ਵਿੱਚ ਸੂਰਮੇ ਯੋਧੇ ਡਿੱਗ ਰਹੇ ਹਨ। ਨਿਰਪੈ ਨੰਦ ਦੂਰਾ ਹਾਂ, ਰਾਜਿਆਂ ਦੇ ਪੁੱਤਰ, ਰਾਜਿਆਂ ਦੇ ਰਾਜਕੁਮਾਰ ਵੀ ਝੂਠੇ ਪੈਂਦੇ ਨਜ਼ਰ ਆਏ। ਤੂੰ ਦੇਖ ਦੂਰਾ ਗੁਰੂ ਸਾਹਿਬ ਦੂਰੋਂ ਦੇਖ ਰਹੇ ਹਨ। ਭਇਓ ਜੰਗ ਜੰਗ ਮੈਦਾਨੇ ਬਹੁਤ ਭਖ ਗਿਆ ਹੈ। ਘੜਾ ਕਾੜੇ ਮੱਛੀ ਹਾਂ, ਕਾੜ ਮੱਚੀ ਹੋਈ ਹੈ ਗੋਲੀਆਂ ਦੇ ਨਾਲ, ਸ਼ਰਵਣ ਰਾਚੇ ਤੇ ਜਿਹੜੀ ਧਰਤੀ ਹੈ ਖੂਨ ਦੇ ਨਾਲ ਲੱਥਪੱਥ ਹੋਈ ਹੈ। ਸੂਰਮਿਆਂ ਦਾ ਖੂਨ ਡੁੱਲ ਡੁੱਲ ਕੇ ਧਰਤੀ ਵਿੱਚ ਰਚ ਰਿਹਾ ਹੈ। ਭਜੇ ਡੋਗਰਾਨੇ ਹਾਂ, ਡੋਗਰਾਨੇ ਡੋਗਰੇ ਪਹਾੜੀਏ ਭੱਜ ਤੁਰੇ। ਭਜਿਓ ਖੇਤ ਪਾਨੇ ਹਾਂ, ਤਜੋ ਖੇਤ ਥਾਨੇ, ਸਾਰਾ ਜਿਹੜਾ ਖੇਤ ਦਾ ਸਥਾਨ ਮੈਦਾਨੇ ਜੰਗ ਨੂੰ ਛੱਡ ਕੇ ਭੱਜ ਗਏ। ਜਬੈ ਸਿੰਘ ਧਾਰੇ ਜਦੋਂ ਗੁਰੂ ਕੇ ਸਿੰਘ ਧਾ ਕੇ ਪੈ ਗਏ ਉੱਪਰ ਹੱਲਾ ਕਰਕੇ, ਪਹਾੜੀ ਪਲਾਏ ਪਹਾੜੀ ਜਿਹੜੇ ਪਲਾਏ ਭੱਜ ਤੁਰੇ। ਤਜਿਓ ਨਾਹੀਂ ਗੈਲ ਗੁਰੂ ਕਾ ਖਾਲਸਾ ਉਹਨਾਂ ਦੀ ਗੈਲ ਨਹੀਂ ਛੱਡਦਾ, ਪਿੱਛਾ ਨਹੀਂ ਛੱਡਦਾ, ਉਹਨਾਂ ਦੇ ਪਿਛਾਂਹ ਹੋ ਕੇ ਭੱਜ ਤੁਰਿਆ। ਡਰੇ ਨਾਥ ਸੈਲਨ ਪਹਾੜੀਆਂ ਦੇ ਜਿਹੜੇ ਨਾਥ ਰਾਜੇ ਸੀ ਉਹ ਵੀ ਡਰ ਗਏ ਮਨ ਵਿੱਚ, ਆਗਿਆ ਕਸਾਏ ਪਰ ਇਹ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਆਗਿਆ ਨਹੀਂ ਸੀ ਅਗਾਰੇ ਸਿਧਾਏ ਕਿ ਇਸ ਜਗ੍ਹਾ ਤੋਂ ਅੱਗੇ ਵਧੋ। ਸਤਿਗੁਰੂ ਨੇ ਤੇ ਕਿਹਾ ਸੀ ਖਾਲਸਾ ਜੀ ਇੱਥੇ ਟਿਕ ਕੇ ਜੰਗ ਕਰਨਾ ਹੈ, ਅਗਾਂਹ ਨਹੀਂ ਵਧਣਾ, ਪਰ ਗੁਰੂ ਕੇ ਖਾਲਸੇ ਜੋਸ਼ ਵਿੱਚ ਆ ਕੇ ਅੱਗੇ ਵਧ ਗਏ। ਸੋ ਬਾਤਾਂ ਵਿਸਾਰੇ ਜਿਹੜੀ ਗੱਲ ਸਤਿਗੁਰ ਨੇ ਨੀਤੀ ਦੀ ਦੱਸੀ ਸੀ ਉਹ ਵਿਸਾਰ ਦਿੱਤੀ, ਭੁੱਲ ਗਏ। ਨਹੀਂ ਯਾਦ ਲਾਰੇ ਕਿਸੇ ਨੂੰ ਚਿੱਤ ਚੇਤੇ ਨਾ ਰਿਹਾ। ਹੋਰ ਹੈ ਵਿਚਾਰੇ ਇੱਧਰ ਸਤਿਗੁਰੂ ਸਾਹਿਬ ਜੀ ਨੇ ਵਿਚਾਰ ਕੀਤੀ, ਮਹਾਏ ਹੰਕਾਰੇ ਇਹ ਗੁਰੂ ਕੇ ਖਾਲਸੇ ਤਾਂ ਬਹੁਤਾ ਹੀ ਹੰਕਾਰ ਗਏ ਹਨ, ਬੜੀ ਜੀਤ ਪਾਏ ਕਿਉਂਕਿ ਇਹਨਾਂ ਨੇ ਬੜੀਆਂ ਜਿੱਤਾਂ ਪਾਈਆਂ। ਹੁਣ ਇਹਨਾਂ ਜਿੱਤ ਇਹਨਾਂ ਨੂੰ ਲੱਗਦਾ ਵੀ ਵੱਡੀ ਜਿੱਤ ਅਸੀਂ ਪ੍ਰਾਪਤ ਕਰ ਲਈ। ਚਲੇ ਜਾਤ ਧਾਏ ਇਸ ਕਰਕੇ ਕਹਿੰਦੇ ਹੁਣ ਚਲੇ ਜਾਤ ਧਾਏ, ਧਾ ਕੇ ਅੱਗੇ ਉਹਨਾਂ ਦੇ ਉੱਤੇ ਪੈ ਪੈ ਕੇ ਭੱਜ ਭੱਜ ਕੇ ਉਹਨਾਂ ਵੱਲ ਵੱਧ ਵੱਧ ਕੇ ਜਾ ਰਹੇ ਹਨ। ਤੇ ਆਪ ਸੁਆਮੀ ਉਸ ਵੇਲੇ ਸੁਆਮੀ ਮਾਲਕ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਉੱਠ ਖਲੋਤੇ। ਜੜੇ ਤੇ ਗਾਮੇ ਹਾਂ, ਇੱਕ ਬਹੁਤ ਤੇਜ਼ ਗਾਮੀ ਨਾਮ ਹੈ ਚਾਲ ਦਾ, ਤੇਜ਼ ਚਾਲ ਵਾਲੇ ਘੋੜੇ ਤੇ ਅਸਵਾਰ ਹੋ ਗਏ। ਭਇਓ ਰੰਗ ਨੀਲਾ ਉਹ ਘੋੜਾ ਜਿਹਦਾ ਰੰਗ ਨੀਲਾ ਸੀ, ਨੀਲੇ ਉੱਤੇ ਅਸਵਾਰ ਹੋ ਗਏ। ਸ਼ਿੰਗਾਰਿਓ ਸ਼ਬੀਲਾ ਜਿਹੜਾ ਬੜਾ ਸ਼ਿੰਗਾਰਿਆ ਹੋਇਆ ਸੀ ਤੇ ਛਬੀਲਾ, ਬੜਾ ਸ਼ੈਲ ਜਵਾਨ ਘੋੜਾ ਸੀ, ਬੜੇ ਬਲ ਵਾਲਾ। ਹਰੇ ਪੰਥ ਪਾਸ਼ੇ ਸਤਿਗੁਰੂ ਜੀ ਉਸ ਵੇਲੇ ਆਨੰਦਪੁਰ ਸਾਹਿਬ ਵੱਲ ਨੂੰ ਪਿੱਛੇ ਨੂੰ ਮੁੜ ਪਏ ਘੋੜੇ ਤੇ ਸਵਾਰ ਹੋ ਕੇ। ਬੜੀ ਚਾਲ ਗਾਸ਼ੇ ਤੇ ਹੌਲੀ ਹੌਲੀ ਨਹੀਂ, ਸਗੋਂ ਸਤਿਗੁਰੂ ਜੀ ਬਹੁਤ ਤੇਜ਼ ਚਾਲ ਦੇ ਵਿੱਚ ਗਏ। ਸੋ ਤਿਆਗੀ ਲੜਾਈ ਸੋ ਉਹ ਲੜਾਈ ਨੂੰ, ਮੈਦਾਨੇ ਜੰਗ ਨੂੰ ਛੱਡ ਕੇ ਚਲੇ ਜਾਤ ਧਾਏ ਸਤਿਗੁਰ ਸੱਚੇ ਪਾਤਸ਼ਾਹ ਧਾ ਕੇ ਘੋੜੇ ਨੂੰ ਦੌੜਾ ਕੇ ਜਾ ਰਹੇ ਹਨ। ਦੋਹਰਾ ਸਿੰਘ ਵਿਲੋਕਤ ਭੇਕ ਦਗਾ ਗਏ ਗੁਰੂ ਰਣ ਸ਼ੂਰਾ ਹਾਂ, ਜਦੋਂ ਕਈਆਂ ਸਿੰਘਾਂ ਦੀ ਨਜ਼ਰ ਪਈ ਕਿ ਗੁਰੂ ਸਾਹਿਬ ਤਾਂ ਮੈਦਾਨੇ ਜੰਗ ਨੂੰ ਛੱਡ ਕੇ ਵਾਪਸ ਚਲੇ ਗਏ ਹਨ, ਆਸ਼ੈ ਕਰਤਨ ਨੀਠਤੇ ਜਾਤੇ ਅਨੰਦਪੁਰ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਤਾਂ ਪਿਛਾਂਹ ਵੀ ਨਹੀਂ ਮੁੜ ਕੇ ਵੇਖ ਰਹੇ, ਆਨੰਦਪੁਰ ਸਾਹਿਬ ਵੱਲ ਨੂੰ ਤੇਜ਼ ਤੇ ਜਾ ਰਹੇ ਹਨ। ਹੋ ਪਏ ਗੁਰੂ ਚਰਿਤ੍ਰ ਕੋ ਬਿਗ ਬਿਸਮਾਏ ਸਤਿਗੁਰੂ ਸਾਹਿਬ ਜੀ ਦੇ ਐਸੇ ਚਰਿੱਤਰ ਨੂੰ, ਕੌਤਕ ਨੂੰ ਦੇਖ ਕੇ ਸਿੰਘ ਬਿਸਮਾਦ ਵਿੱਚ ਆ ਕੇ ਹੈਰਾਨ ਹੋ ਗਏ। ਮੈਂ ਮਾਰਨ ਕੋ ਸ਼ਰਤਰ ਠਾਏ
ਫਿਰ ਸਿੰਘਾਂ ਨੇ ਵੀ ਕਿਸੇ ਨੂੰ ਮਾਰਨ ਵਾਸਤੇ ਸ਼ਸਤਰ ਨਹੀਂ ਉਠਾਇਆ। ਕੀਤਕ ਲੜਤ ਪਾਸ਼ ਕੋ ਹਟਕੇ। ਹਾਂ, ਕਈ ਜਿਹੜੇ ਲੜ ਰਹੇ ਸਨ ਉਹ ਵੀ ਪਿਛਾਂ ਹਟ ਗਏ ਸਿੰਘ। ਰਣ ਕੋ ਤਿਆਗਤ ਇਤਿ ਉਤ ਸਟਕੇ। ਫਿਰ ਕਹਿੰਦੇ ਰਣ ਨੂੰ ਤਿਆਗ ਕੇ ਮੈਦਾਨੇ ਜਗ ਨੂੰ ਛੱਡ ਕੇ ਇੱਧਰ ਉੱਧਰ ਸਟਕ ਗਏ, ਇੱਧਰ ਉੱਧਰ ਖਿਲਰ ਗਏ। ਆਪ ਪਹਾੜੀਆਂ ਨੇ ਇਨ ਗਲ ਜਾਣ। ਜਦੋਂ ਪਹਾੜੀਆਂ ਨੇ ਇਹਨਾਂ ਦੀ ਆਹ ਦਸ਼ਾ ਦੇਖੀ ਵੀ ਗੁਰੂ ਕੇ ਖਾਲਸੇ ਹੁਣ ਪਿੱਛੇ ਹਟ ਰਹੇ ਹਨ, ਹਟ ਘਾਲਿਓ ਹੇਲਾ ਕਮਸਾਨ। ਉਹਨਾਂ ਨੇ ਤੁਰੰਤ ਪਿੱਛੇ ਮੁੜ ਕੇ ਨਾਲ ਦੀ ਨਾਲ ਘਮਾਸਾਨ ਦਾ ਜੰਗ ਮਚਾ ਕੇ ਨਾ ਇੱਕੇਦਮ ਹੱਲਾ ਬੋਲ ਦਿੱਤਾ। ਹਰੀ ਖਾਲਸੇ ਮੈਂ ਬਹੁ ਭਾਜ। ਤੇ ਜਦੋਂ ਇੱਕਦਮ ਆ ਕੇ ਵੈਰੀ ਪੈ ਗਿਆ ਇੰਨੀ ਭਾਰੀ ਗਿਣਤੀ ਵਿੱਚ, ਤੇ ਖਾਲਸੇ ਵਿੱਚ ਵੀ ਭਾਜੜਾਂ ਪੈ ਗਈਆਂ। ਵਿਸ਼ੇ ਭਏ ਤਿਆਗ ਸਭ ਲਾਜ। ਉਸ ਵੇਲੇ ਜਿੰਨੇ ਖਾਲਸੇ ਸੀ ਸਭ ਲਾਜ ਸਭ ਸੰਗ ਸ਼ਰਮ ਨੂੰ ਤਿਆਗ ਕੇ ਪਿਛਾਂ ਨੂੰ ਭੱਜ ਤੁਰੇ। ਕਹੀ ਪਰੀ ਸ਼ਸਤਰਨ ਕੀ ਮਾਰ। ਬਹੁਤ ਭਾਰੀ ਸ਼ਸਤਰਾਂ ਦੀ ਮਾਰ ਖਾਲਸਿਆਂ ਤੇ ਪਈ। ਕੀਤਕ ਉੱਚੇ ਕੀ ਨ ਪੁਕਾਰ। ਕਈਆਂ ਨੇ ਫਿਰ ਉੱਚੀ ਉੱਚੀ ਪੁਕਾਰ ਕੇ ਉੱਚੀ ਆਵਾਜ਼ ਵਿੱਚ ਖਾਲਸਿਆਂ ਨੇ ਆਖਿਆ, ਸ੍ਰੀ ਗੁਰੂ ਪੰਥ ਆਪ ਕੋ ਹੈ। ਕਹਿੰਦੇ ਹੇ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਆਪ ਜੀ ਦਾ ਇਹ ਖਾਲਸਾ ਪੰਥ ਹੈ। ਕਟਿਆ ਹੋਤ ਪਰਾਜੈ ਰਹਿ। ਮਹਾਰਾਜ ਵੇਖੋ ਕਿਵੇਂ ਪੰਥ ਦੀ ਕਟਾ ਵੱਢ ਹੋ ਰਹੀ ਹੈ, ਕੱਟਿਆ ਵੱਢਿਆ ਜਾ ਰਿਹਾ ਤੇ ਪਰਾਜੈ ਲਹਿ ਕਿਵੇਂ ਹਾਰ ਵੱਲ ਨੂੰ ਜਾ ਰਿਹਾ ਹੈ। ਕਿਉ ਨ ਸੰਭਾਰਤ ਹਟ ਪਿਛਵਾਏ। ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਸੰਭਾਲ ਕਿਉਂ ਨਹੀਂ ਕਰਦੇ, ਪਿੱਛੇ ਕਿਉਂ ਨਹੀਂ ਮੁੜ ਕੇ ਆਉਂਦੇ। ਕੌਣ ਖਤਾ ਇਨ ਤੇ ਕਰ ਪਾਏ। ਮਹਾਰਾਜ ਸੱਚੇ ਪਾਤਸ਼ਾਹ ਕਿਹੜੀ ਖਤਾ ਕਿਹੜੀ ਗਲਤੀ ਹੋ ਗਈ ਜਿਹੜੀ ਸਾਡੇ ਗਲ ਪੈ ਗਈ ਆ ਕੇ। ਜੇਕਰ ਸਿੰਘ ਹੈ ਅਵਗਨਿਆਰੇ। ਮਹਾਰਾਜ ਸੱਚੇ ਪਾਤਸ਼ਾਹ ਜੇਕਰ ਤੁਹਾਡੇ ਸਿੰਘ ਇਹਨਾਂ ਨੇ ਕੋਈ ਔਗਣ ਵੀ ਕੀਤਾ ਹੈ, ਗੁਨਾਹ ਕੀਤਾ ਹੈ, ਖਤਾ ਕੀਤੀ ਹੈ, ਗਲਤੀ ਕੀਤੀ ਹੈ, ਅਸੀਂ ਔਗਣ ਆ ਰਹੇ ਹਾਂ। ਤੋ ਆਪਕੇ ਜਗਤ ਉਚਾਰੇ। ਮਹਾਰਾਜ ਸੱਚੇ ਪਾਤਸ਼ਾਹ ਫਿਰ ਵੀ ਜਗਤ ਸੰਸਾਰ ਸਾਰਾ ਜਹਾਨ ਤਾਂ ਇਹੀ ਕਹਿੰਦਾ ਨਾ ਵੀ ਇਹ ਗੁਰੂ ਕੇ ਸਿੰਘ ਹਨ। ਵਿਦਿਆ ਦਿਕ ਬੋਲਤ ਸਮੁਦਾਏ। ਇਸ ਤਰ੍ਹਾਂ ਬਹੁਤ ਸਾਰੇ ਬੋਲ ਰਹੇ ਹਨ। ਵਿਦੇ ਆਨ ਕੋ ਹੈ ਨ ਤੁਹਾਰੇ। ਇਹਨਾਂ ਵਿੱਚੋਂ ਕਈ ਆ ਕੇ ਘੋੜਾ ਉਹਨਾਂ ਨੇ ਬਹੁਤ ਤੇਜ਼ ਦੌੜਾਇਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨੇੜੇ ਪਹੁੰਚੇ। ਦਰਤ ਪੁਕਾਰ ਸੋ ਆਏ ਕਨੇਰੀ। ਫਿਰ ਬਹੁਤ ਪੁਕਾਰਾਂ ਕਰਦੇ ਮਹਾਰਾਜ ਨੂੰ ਮਿੰਨਤਾਂ ਤਰਲੇ ਕਰਦੇ ਆਉਂਦੇ ਹਨ। ਹਿਟ ਹਿਰਨ ਗੁਰ ਗਰੀਬ ਨ ਤੇਰੇ। ਪਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਵੱਲ ਵੇਖਣ ਦੇ ਲਈ ਗਰਦਨ ਵੀ ਨਹੀਂ ਘੁਮਾਈ। ਕਹੈ ਬਹੁਤ ਪ੍ਰਭ ਛਿਨ ਪਰ ਫਿਰੋ। ਬਹੁਤ ਇਹਨਾਂ ਨੇ ਆਖਿਆ ਮਹਾਰਾਜ ਸੱਚੇ ਪਾਤਸ਼ਾਹ ਇੱਕ ਪਲ ਦੇ ਲਈ ਹੀ ਰੁਕ ਜਾਵੋ। ਦਰਦ ਪੰਥੇ ਅਵਲੋਕਨ ਕਰੋ। ਮਹਾਰਾਜ ਤੁਹਾਡਾ ਪੰਥ ਲੜ ਰਿਹਾ, ਤੁਸੀਂ ਖਾਲਸੇ ਨੂੰ ਲੜਦਾ ਵੇਖੋ। ਕਹਿ ਜਬ ਰਹੇ ਖਰੇ ਨ ਹੋਏ। ਪਰ ਇਹ ਕਹਿੰਦੇ ਰਹੇ ਗੁਰੂ ਪਾਤਸ਼ਾਹ ਖੜੇ ਨਹੀਂ ਹੋਏ। ਨੌਰੰਗ ਸਿੰਘ ਮਿਲਿਓ ਪ੍ਰਭ ਜੋਏ। ਉਸ ਵੇਲੇ ਇੱਕ ਨੌਰੰਗ ਸਿੰਘ ਖਾਲਸਾ ਸੀ, ਉਹ ਜਾ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਕੋਲ ਮਿਲਿਆ ਤੁਰਤ ਤੁਰੰਗ ਉਤਰਿਓ ਅਗਵਾਏ। ਤੇ ਅੱਗੇ ਹੋ ਕੇ ਤੁਰੰਤ ਹੀ ਘੋੜੇ ਦੇ ਉੱਤੋਂ ਇਹਨੇ ਹੇਠਾਂ ਛਾਲ ਮਾਰੀ ਉਤਰ ਗਿਆ। ਐਚ ਲਕੀਰ ਦਈ ਸਹਿਸਾਏ। ਤੇ ਬਹੁਤ ਜਲਦੀ ਦੇ ਨਾਲ ਇਹਨੇ ਅੱਗੇ ਇੱਕ ਲਕੀਰ ਖਿੱਚ ਦਿੱਤੀ। ਪਾਕਿਓ ਨੀਲਿਆ ਥਿਰੋ ਖਾਏ। ਫਿਰ ਇਹਨੇ ਸਤਿਗੁਰਾਂ ਦੇ ਨੀਲੇ ਘੋੜੇ ਨੂੰ, ਦਲਬਡਾਰ ਜੀ ਦਾ ਨਾਮ ਹੈ, ਸੋ ਦਲਬਡਾਰ ਘੋੜੇ ਨੂੰ, ਸਤਿਗੁਰਾਂ ਦੇ ਨੀਲੇ ਘੋੜੇ ਨੂੰ ਮਿੰਨਤ ਤਰਲਾ ਕੀਤਾ। ਕਹਿੰਦਾ ਉਹ ਨੀਲਿਆ, ਸਤਿਗੁਰ ਸੱਚੇ ਪਾਤਸ਼ਾਹ ਨਹੀਂ ਗੱਲ ਸਾਡੀ ਸੁਣ ਰਹੇ ਤੇ ਤੂੰ ਕਿਰਪਾ ਕਰ, ਤੂੰ ਇੱਥੇ ਰੁਕ ਜਾ। ਗੁਰ ਕੀ ਆਨ ਅਗਰ ਨ ਜਾਏ। ਕਹਿੰਦਾ ਤੈਨੂੰ ਗੁਰੂ ਦਾ ਵਾਸਤਾ, ਹੁਣੇ ਤੂੰ ਅੱਗੇ ਨਾ ਜਾਈਂ। ਸੁਨਕਰ ਦਲ ਬਿਦਾਰ ਥਮ ਗਇਓ। ਜਦੋਂ ਘੋੜੇ ਨੇ ਸੁਣਿਆ, ਨੀਲੇ ਨੇ, ਦਲਬਦਾਰ ਘੋੜਾ ਉਸੇ ਵੇਲੇ ਉੱਥੇ ਹੀ ਪੈਰ ਗੱਡ ਕੇ ਖੜ ਗਿਆ। ਆਏ ਅਗਰ ਨ ਪਾਵਤ ਭਇਓ। ਇੱਕ ਵੀ ਪੈਰ, ਇੱਕ ਵੀ ਕਦਮ ਘੋੜੇ ਨੇ ਅੱਗੇ ਨਾ ਰੱਖਿਆ। ਤਬ ਗੁਰ ਮਾਰਿਓ ਏਕ ਅੰਜੋਰਾ। ਸਤਿਗੁਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਵੇਖਿਆ ਵੀ ਘੋੜਾ ਰੁਕ ਗਿਆ, ਸਤਿਗੁਰ ਨੇ ਜ਼ੋਰ ਨਾਲ ਘੋੜੇ ਦੇ ਅੱਡੀ ਮਾਰੀ। ਲੱਲਿਓ ਲਕੀਰ ਨਹੀਂ ਕਿਮ ਘੋਰਾ। ਪਰ ਘੋੜਾ ਕਿਸੇ ਪ੍ਰਕਾਰ ਕਰਕੇ ਵੀ ਉਹ ਲਕੀਰ ਨਾ ਲੰਘਿਆ। ਸ਼ਰੀ ਹਾਥ ਨਾ ਪੱਤਰੀ ਹੁੰਦੀ। ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਹੱਥ ਵਿੱਚ ਜਿਹੜੀ ਪਤਲੀ ਜੀ ਇੱਕ ਸ਼ਮਕ ਫੜੀ ਹੋਈ ਸੀ। ਦਵੈ ਚਾਨਕ ਕਰ ਬਲ ਦੇ ਹੱਤੇ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਬੜੇ ਬਲ ਦੇ ਨਾਲ, ਜ਼ੋਰ ਦੇ ਨਾਲ ਦੋ ਚਾਰੋਂ ਘੋੜੇ ਦੇ ਮਾਰੀਆਂ। ਖਾਏ ਮਾਰਨਾ ਚਰਨ ਉਠਾਓ। ਘੋੜਾ ਮਾਰ ਖਾਂਦਾ ਰਿਹਾ ਪਰ ਉਹਨੇ ਆਪਣਾ ਚਰਨ, ਆਪਣਾ ਪੈਰ ਨਾ ਉਠਾਇਆ। ਕਤ ਇਤਿਉ ਤੇ ਅਗਰ ਨ ਜਾਵਾ। ਹਾਂ, ਫੁਰਕ ਕੇ ਬੁੜਕ ਕੇ ਇੱਧਰ ਉੱਧਰ ਹੋ ਜਾਂਦਾ ਪਰ ਅੱਗੇ ਨੂੰ ਨਹੀਂ ਜਾ ਰਿਹਾ। ਜਿਉ ਨਹਿਰੀ ਕੰਟਕ ਮੁਖ ਦੀਨੇ। ਜਿਵੇਂ ਕਹਿੰਦੇ ਘੋੜੇ ਦੇ ਮੁਖ ਵਿੱਚ ਕਿਸੇ ਨੇ ਕੰਡਿਆਲਾ ਦੇ ਦਿੱਤਾ ਹੋਵੇ। ਰੁਕਿਓ ਤਿਸੀ ਤੈਸੀ ਬਿਲ ਚੀਨੇ। ਇਸ ਪ੍ਰਕਾਰ ਕਹਿੰਦੇ ਦੇਖਣ ਨੂੰ ਮਿਲ ਰਿਹਾ ਕਿ ਘੋੜਾ ਉਸ ਪ੍ਰਕਾਰ ਰੁਕ ਗਿਆ ਹੈ। ਜਬ ਸਤਿਗੁਰ ਹੈ ਏਕ ਬਲੋਕਾ।
ਜਦੋਂ ਸਤਿਗੁਰ ਸੱਚੇ ਪਾਤਸ਼ਾਹ ਨੇ ਇਸ ਪ੍ਰਕਾਰ ਘੋੜੇ ਨੂੰ ਵੇਖਿਆ ਦੇਖਾ ਆਨ ਚਲਨ ਤੇ ਰੋਕਾ ਕਿ ਗੁਰੂ ਕੇ ਸਿੰਘ ਨੇ ਘੋੜੇ ਨੂੰ ਕਸਮ ਦੇ ਕੇ ਆਣ ਦੇ ਕੇ ਮੇਰਾ ਵਾਸਤਾ ਦੇ ਕੇ ਅੱਗੇ ਚੱਲਣ ਤੋਂ ਰੋਕ ਦਿੱਤਾ ਹੈ। ਤਰੇ ਉਤਰ ਕਰ ਤੈਂਤ ਤਕਾਲੇ ਉਸ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਜੀ ਘੋੜੇ ਤੋਂ ਤੁਰੰਤ ਹੀ ਹੇਠਾਂ ਉਤਰ ਪਏ। ਦਲਗੀ ਧਾਰ ਭਾਕਿਓ ਅਸਨਾਲੇ ਉਸ ਵੇਲੇ ਆਪਣੇ ਘੋੜੇ ਨੂੰ ਨੀਲੇ ਨੂੰ ਸੰਬੋਧਨ ਹੋ ਕੇ ਸਤਿਗੁਰੂ ਜੀ ਕਹਿਣ ਲੱਗੇ। ਪ੍ਰਥਮ ਜਨਮ ਤੇ ਰੋ ਹਮ ਜਾਣਿਓ ਸਤਿਗੁਰੂ ਕਹਿੰਦੇ ਨੀਲਿਆ ਤੇਰੇ ਪਹਿਲੇ ਜਨਮ ਬਾਰੇ ਅਸੀਂ ਜਾਣਦੇ ਹਾਂ। ਜਿਸ ਤੇ ਤੇਰਿਓ ਬਾਗ ਸਿੱਖ ਮਾਨਿਓ ਹਾਂ ਕਹਿੰਦੇ ਤੂੰ ਜਿਸ ਕਰਕੇ ਰੁਕ ਗਿਆ ਸਿੱਖ ਦਾ ਬਚਨ ਮੰਨ ਕੇ। ਉਤੋਂ ਮਸੰਦ ਵੇਦ ਬਹੁ ਧਨ ਕੋ ਹਾਂ ਕਹਿੰਦੇ ਤੂੰ ਪਹਿਲੇ ਜਨਮ ਵਿੱਚ ਗੁਰੂ ਘਰ ਦਾ ਮਸੰਦ ਹੁੰਦਾ ਸੀ ਤੇ ਬਹੁਤ ਧਨ ਸੰਗਤਾਂ ਤੋਂ ਇਕੱਠਾ ਕਰਦਾ ਸੀ ਰਹਿਓ ਅਚਤ ਭੋਜਨ ਤਮ ਇਨਕੋ ਤੇ ਇਹਨਾਂ ਸਿੱਖਾਂ ਦੇ ਘਰਾਂ ਦਾ ਤੂੰ ਉਦੋਂ ਬਹੁਤ ਸਾਰਾ ਭੋਜਨ ਲੰਗਰ ਪ੍ਰਸ਼ਾਦਾ ਛਕਦਾ ਰਿਹਾ ਹੈ। ਸਿੱਖਨ ਤੇਰੇ ਕਰ ਗੁਰਕਾਰ ਹਾਂ ਤੇ ਇਹਨਾਂ ਸਿੱਖਾਂ ਤੋਂ ਗੁਰੂ ਘਰ ਦੀ ਕਾਰ ਭੇਟਾ ਲੈ ਕੇ ਆਵਤ ਰਹਿਓ ਅਨੇਕ ਪ੍ਰਕਾਰ ਹਾਂ ਨੀਲਿਆ ਤੂੰ ਉਦੋਂ ਮਸੰਦ ਦੇ ਜਾਮੇ ਵਿੱਚ ਬੜੇ ਗੱਫੇ ਲਾਏ ਬੜਾ ਖਾਦਾ ਪੀਤਾ ਹੈ। ਸੋਨ ਸਤਿਗੁਰੂ ਤੇ ਜਥਾ ਅਲਾਇਓ ਹਾਂ ਜਦੋਂ ਸਤਿਗੁਰ ਸੱਚੇ ਪਾਤਸ਼ਾਹ ਨੇ ਇਹ ਬਚਨ ਕੀਤੇ ਸਤਿਗੁਰੂ ਜੀ ਤੋਂ ਬਚਨ ਸੁਣ ਕੇ ਸਿਰ ਹਿਲਾਏ ਘੋੜਾ ਫਰਕਾਇਓ ਘੋੜੇ ਨੇ ਹਾਂ ਦੇ ਵਿੱਚ ਸਿਰ ਹਿਲਾਇਆ ਤੇ ਫੁਰਕਾਇਆ ਫੰਕਾਰਾ ਜਿਹਾ ਮਾਰਿਆ। ਆਪ ਸ਼੍ਰੀ ਪ੍ਰਭ ਬੈਠੇ ਤਿਸ ਥਾਨਾ ਹਾਂ ਉਸ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਉਸੇ ਜਗ੍ਹਾ ਤੇ ਬਿਰਾਜਮਾਨ ਹੋ ਗਏ। ਸਭਨ ਸੁਨਾਵਤ ਉੱਚ ਬਖਾਨਾ ਸਾਰਿਆਂ ਨੂੰ ਉੱਚੀ ਸੁਣਾ ਕੇ ਖਾਲਸਿਆਂ ਨੂੰ ਕਹਿਣ ਲੱਗੇ। ਦੁਹਰਾ ਖਾਲਸੇ ਗੁਰ ਗੁਰ ਖਾਲਸਾ ਤਿਰੋ ਖਾਲਸਾ ਜੁਗ ਕਹਿਣ ਲੱਗੇ ਖਾਲਸਾ ਜੀ ਖਾਲਸਾ ਹੀ ਗੁਰੂ ਹੈ ਤੇ ਗੁਰੂ ਹੀ ਖਾਲਸਾ ਹੈ। ਤੁਸੀਂ ਸਾਰੇ ਗੁਰੂ ਦਾ ਸਰੂਪ ਹੋ ਤੁਸੀਂ ਕਾਹਦੇ ਵਾਸਤੇ ਪੁਕਾਰਾਂ ਕਰੀ ਜਾਂਦੇ ਹੋ ਵੀ ਗੁਰੂ ਸਾਹਿਬ ਇੱਥੇ ਰੁਕੋ। ਕਹਿੰਦੇ ਤੁਹਾਡੇ ਵਿੱਚ ਵੀ ਤਾਂ ਮੇਰਾ ਹੀ ਵਾਸਾ ਨਾ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ। ਗੁਰੂ ਹੀ ਖਾਲਸਾ ਹੈ ਤੇ ਖਾਲਸਾ ਹੀ ਗੁਰੂ ਹੈ। ਇਸ ਕਰਕੇ ਖਾਲਸਾ ਜੀ ਮੈਦਾਨੇ ਜੰਗ ਵਿੱਚ ਜਾ ਕੇ ਟਿਕ ਜਾਓ। ਅਤੋਰ ਪੁਨ ਤਲ ਕੋਦਲੋ ਪਕਰੋ ਸ਼ਸਤਰੰ ਕ੍ਰੋਧ ਜਾ ਕੇ ਵੈਰੀਆਂ ਨੂੰ ਹੱਥ ਦਿਓ ਮਾਰ ਦਿਓ ਦਲਾਂ ਨੂੰ ਦਲ ਦਿਓ ਮਲ ਦਿਓ ਫੜ ਕੇ ਆਪਣੇ ਹੱਥਾਂ ਵਿੱਚ ਸ਼ਸਤਰ ਬਹੁਤ ਹੀ ਵੀਰ ਰਸ ਦੇ ਵਿੱਚ ਚਉਪਈ ਸੁਨ ਸਤਿਗੁਰ ਕੇ ਵਰ ਸੰਪੈਨ ਸਤਿਗੁਰਾਂ ਦੇ ਵਰ ਦੇ ਮੁਤਾਬਕ ਸਤਿਗੁਰਾਂ ਦੇ ਵਰ ਵਾਲੇ ਅਸ਼ੀਰਵਾਦ ਵਾਲੇ ਇਹ ਬਚਨ ਜਾਣ ਕੇ ਹਟਿਓ ਖਾਲਸਾ ਰਿਸੋ ਕਰ ਨੈਣ ਉਸੇ ਵੇਲੇ ਖਾਲਸਾ ਪਛਾਹ ਨੂੰ ਮੁੜਿਆ ਮੈਦਾਨੇ ਜੰਗ ਵੱਲ ਰਿਸ ਕਰ ਨੈਣ ਨੇਤਰਾਂ ਦੇ ਵਿੱਚ ਬਹੁਤ ਵੀਰ ਰਸ ਧਾਰਨ ਕਰਕੇ ਕ੍ਰੋਧ ਧਾਰਨ ਕਰਕੇ ਧਰ ਜਵਾਲਾ ਬੰਮਣੀ ਅਰ ਦਮਣੇ ਹਾਂ ਹੱਥਾਂ ਦੇ ਵਿੱਚ ਫਿਰ ਦੁਬਾਰਾ ਫੜ ਲਈਆਂ ਜਵਾਲਾ ਬਮਣੀਆਂ ਬੰਦੂਕਾਂ ਜਿਹੜੀਆਂ ਅਰਦਮਣੀ ਵੈਰੀਆਂ ਨੂੰ ਮਾਰਨ ਵਾਲੀਆਂ ਹਨ। ਚੋਰੀ ਗੁਲਕਾ ਬਨ ਰਿਪ ਸ਼ਮਣੇ ਹਾਂ ਰਿਪ ਸ਼ਾਮਣੀ ਜਿਹੜੀ ਵੈਰੀਆਂ ਦਾ ਨਾਸ਼ ਕਰਨ ਵਾਲੀਆਂ ਗੋਲੀਆਂ ਛੱਡ ਦਿੱਤੀਆਂ। ਸ੍ਰੀ ਗੁਰ ਥਿਰ ਹੋਇਆ ਧਨੁਖ ਸੰਭਾਰੇ ਇੱਧਰ ਸਤਿਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਵੀ ਇਸਤਤ ਹੋ ਕੇ ਉਹਨਾਂ ਨੇ ਧਨ ਧਨੁਖ ਸੰਭਾਲ ਲਿਆ। ਸਪਤ ਬਾਣ ਐ ਚੰਕਰ ਮਾਰ ਸਤਿਗੁਰ ਸੱਚੇ ਪਾਤਸ਼ਾਹ ਨੇ ਹੋ ਕੇ ਵੀਰ ਆਸਣ ਧਰਤੀ ਦੇ ਉੱਤੇ ਲਾ ਕੇ ਇੱਕ ਗੋਡਾ ਤੇ ਗੁਰਮੁਖ ਪਿਆਰਿਓ ਕਮਾਨ ਦੀ ਤੰਦੀ ਖਿੱਚੀ ਚਿੱਲੇ ਤੇ ਚਾੜ ਕੇ ਤੀਰ ਤੇ ਸਤਿਗੁਰ ਸੱਚੇ ਪਾਤਸ਼ਾਹ ਨੇ ਲਗਾਤਾਰ 7 ਤੀਰ ਚਲਾ ਦਿੱਤੇ। ਬਰੀ ਗਗਨ ਮੈਂ ਗਰਭ ਗੁਜਾਰ ਜਦੋਂ ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਜੀ ਦੇ ਤੀਰ ਚੱਲੇ ਨਾ ਤੇ ਖਾਲਸਾ ਜੀ ਸਾਰੇ ਗਗਨ ਦੇ ਵਿੱਚ ਆਕਾਸ਼ ਦੇ ਵਿੱਚ ਗੁੰਜਾਰ ਸ਼ੂਕ ਪੈਦਾ ਹੋ ਗਈ। ਬਿਸਮਾਨੇ ਰਿਪ ਸੁਨ ਤੁਮਕਾਰ ਉਧਰ ਵੈਰੀ ਵੀ ਬੜੇ ਹੈਰਾਨ ਹੋਏ ਵੀ ਆ ਇੰਨਾ ਖੜਾਕ ਇੰਨੀ ਗੁੰਜਾਰ ਇੰਨੀ ਸ਼ੂਕ ਕਿੱਧਰੋਂ ਪੈ ਰਹੀ ਹੈ। ਇਕਹੀ ਬਾਰ ਹਟੇ ਸਭ ਸਿੰਘ ਇੱਕੋ ਵਾਰ ਪਛਾਹ ਨੂੰ ਮੁੜ ਪਏ ਸਾਰੇ ਸਿੰਘ ਮੈਦਾਨੇ ਜੰਗ ਵੱਲ। ਨਿਰਗਤ ਲੋਕ ਜਿਉ ਭੂਖਾ ਸਿੰਘ ਜਿਵੇਂ ਕਹਿੰਦੇ ਹਿਰਨਾਂ ਨੂੰ ਵੇਖ ਕੇ ਭੁੱਖਾ ਸ਼ੇਰ ਪੈਂਦਾ ਨਾ ਭੱਜ ਕੇ ਇਉਂ ਵੈਰੀਆਂ ਤੇ ਪੈ ਗਏ ਖਾਲਸੇ। ਅਗਰ ਜੋ ਮਾਰਤ ਆਵਤ ਧਾਏ ਜਿਹੜਾ ਵੀ ਅੱਗੇ ਮਾਰਦਾ ਧਾ ਕੇ ਉਹਦੇ ਉੱਤੇ ਚੜ ਕੇ ਚੜ੍ਹਾਈ ਕਰਕੇ ਮਾਰ ਦਿੰਦੇ ਹਨ। ਤਕ ਹਤੇ ਕੋ ਮਾਰ ਹਟਾਏ ਹਾਂ ਕਿੰਨਿਆਂ ਨੂੰ ਹੀ ਮਾਰ ਦਿੱਤਾ ਤੇ ਕਿੰਨੇ ਕੀ ਉਥੋਂ ਮਾਰ ਕੇ ਭਜਾ ਦਿੱਤੇ। ਉਮਰ ਸੇਲੇ ਸਾਂਗ ਪਰਹਾਰੇ ਤੋਮਰ ਜਿਹੜੇ ਲੰਮੇ ਵਰਸ਼ੇ ਹਨ ਇਸੇ ਤਰ੍ਹਾਂ ਸੇਲੇ ਤਿੱਖੇ ਜਿਹੜੇ ਹਥਿਆਰ ਹਨ ਤੇ ਸਾਂਗ ਪ੍ਰਹਾਰੇ ਇਹ ਸਾਰੇ ਵਰਸ਼ੇ ਦੀਆਂ ਹੀ ਕਿਸਮਾਂ ਹੈ ਅਲੱਗ-ਅਲੱਗ। ਸੋ ਤੋਮਰ ਜਿਹੜੇ ਵਰਸ਼ੇ ਹਨ ਸੇਲੇ ਹਨ ਤਿੱਖੇ ਫਾਲਿਆਂ ਵਾਲੇ ਤੇ ਸਾਂਗ ਪ੍ਰਹਾਰੇ ਜਿਹੜੀ 10 ਫੁੱਟ ਲੰਬੇ ਡੰਡੇ ਦੇ ਵਿੱਚ ਇਹ ਜੜੀ ਹੁੰਦੀ ਹੈ ਸਾਂਗ ਇਹਨੂੰ ਕਹਿੰਦੇ ਆ ਲੰਬਾ ਵਰਸ਼ਾ ਹੁੰਦਾ 10 ਫੁੱਟ ਇਹਦਾ
ਲੰਬਾ ਜਿਹੜਾ ਡੰਡਾ ਹੁੰਦਾ ਹੈ ਤੇ ਉਹਦੇ ਅੱਗੇ 4 ਫੁੱਟ ਦਾ ਜਿਹੜਾ ਫਾਲਾ ਹੁੰਦਾ ਹੈ, 4 ਫੁੱਟ ਲੰਬੇ ਫਲ ਵਾਲੀ ਜਿਹੜੀ ਸਾਂਗ। ਸੋ ਇਸ ਪ੍ਰਕਾਰ ਦੇ ਜਿਹੜੇ ਸੇਲੇ, ਸਾਂਗ, ਵਰਸ਼ੇ ਇਤਿਆਦਿਕ ਨਾਲ ਵਾਰ ਕੀਤੇ। ਹਾਂ, ਤੇ ਇਸ ਤਰ੍ਹਾਂ ਅੱਗੇ ਢਾਲੇ ਕਰਕੇ ਦੁਸ਼ਮਣਾਂ ਦੇ ਵਾਰਾਂ ਨੂੰ ਬਚਾਉਂਦੇ ਹੋਏ ਤੇ ਕਈਆਂ ਨੂੰ ਗੁਰੂ ਕੇ ਖਾਲਸਿਆਂ ਨੇ ਵੈਰੀਆਂ ਨੂੰ ਮਾਰਿਆ। ਇੱਦਾਂ ਖੰਡੇ ਅੱਗੇ ਕਰ, ਢਾਲਾਂ ਅੱਗੇ ਕਰਕੇ ਖੰਡਿਆਂ ਦੇ ਨਾਲ ਵਾਰ ਕਰਦੇ ਤੇ ਗੁਰੂ ਕੇ ਖਾਲਸੇ ਅੱਗੇ ਵੱਧ ਰਹੇ ਆ। ਇੱਧਰ ਸਤਿਗੁਰੂ ਸਾਹਿਬ ਜੀ ਦੇ ਬਚਨ ਦੇ ਨਾਲ ਸ਼ਹੀਦਗਣ ਦੌਰੇ, ਆਕਾਸ਼ੀ ਫੌਜਾਂ ਜਿਹੜੀਆਂ ਸੀ ਨਾ, ਸ਼ਹੀਦੀ ਫੌਜਾਂ, ਉਹ ਵੀ ਮੈਦਾਨੇ ਜੰਗ ਵਿੱਚ ਨੀਲੇ ਬਾਣਿਆਂ ਵਾਲੇ ਸਿੰਘ ਉਤਰ ਆਏ। ਇੱਕੇ ਦਮ ਹੱਲਾ ਕਰਕੇ ਪੈ ਗਏ, ਰਿਪ ਭਏ ਬੌਰੇ। ਜਿਹੜੇ ਦੁਸ਼ਮਣ ਸਨ ਉਹ ਬੌਰੇ ਹੀ ਹੋ ਗਏ, ਕਮਲੇ ਹੀ ਹੋ ਗਏ। ਇੱਕੋ ਵਾਰ ਬਹੁਤ ਭਾਰੀ ਮਾਰ ਮਚ ਗਈ। ਹਾਂ, ਮਰ ਮਰ ਕੇ ਇਉਂ ਥੱਲੇ ਪੈ ਰਹੇ ਆ, ਡਿੱਗ ਰਹੇ ਆ, ਪੈਰ ਪਸਾਰ ਪਸਾਰ ਕੇ ਦੁਸ਼ਮਣ। ਜਿਵੇਂ ਆ ਮੁਸਲਮਾਨਾਂ ਦੇ ਵਿੱਚ ਹੁੰਦੇ ਨਹੀਂ ਕਈ ਮਲੰਗ ਜੇ, ਉਹ ਭੰਗ ਪੀ ਕੇ ਲਿਟੇ ਰਹਿੰਦੇ ਆ ਤੇ ਜਿਨ੍ਹਾਂ ਦੀ ਜਾ ਕੇ ਬਹੁਤ ਸਾਰੇ ਲੋਕ ਪੂਜਾ ਵੀ ਕਰਦੇ ਆ ਭੰਗ ਪੀਣਿਆਂ ਦੀ, ਉਹਨਾਂ ਨੂੰ ਗੁਰੂ ਬਣਾਈ ਬੈਠੇ ਆ। ਸੋ ਇਸ ਪ੍ਰਕਾਰ ਉਹਨਾਂ ਦੀਆਂ ਕਬਰਾਂ ਦੇ ਉੱਤੇ ਜਾ ਕੇ ਤੇ ਉਹ ਬੜੇ ਇਕੱਠ ਹੁੰਦੇ ਆ, ਬੜੇ ਮੇਲੇ ਲੱਗਦੇ ਆ, ਬੜੇ ਗਾਉਣ ਵਜਾਉਣ ਵਾਲੇ ਉਹਨਾਂ ਦੇ ਜਾਂਦੇ ਆ। ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਇਹ ਜਿਹੜਾ ਮੈਦਾਨੇ ਜੰਗ ਭਖਿਆ ਹੋਇਆ ਤੇ ਗੁਰੂ ਕੇ ਯੋਧੇ ਸੂਰਮੇ ਦੁਸ਼ਮਣਾਂ ਨੂੰ ਮਾਰ ਮਾਰ ਸਿੱਟਦੇ ਆ ਨਾ, ਤੇ ਉਹ ਐ ਪੈਰ ਪਸਾਰ ਕੇ ਧਰਤੀ ਤੇ ਡਿੱਗਦੇ ਆ ਜਿਵੇਂ ਮਲੰਗਾਂ ਨੇ ਭੰਗ ਖਾਧੀ ਹੋਵੇ। ਸੋ ਇਸ ਪ੍ਰਕਾਰ ਕਹਿੰਦੇ ਬਹੁਤ ਸਾਰੇ ਲਿਟ ਗਏ ਧਰਤੀ ਦੇ ਉੱਤੇ। ਹਾਂ, ਬਹੁਤ ਸਾਰੇ ਸੂਰਮੇ ਅਤੇ ਘੋੜੇ ਮੈਦਾਨੇ ਜੰਗ ਵਿੱਚ ਮਾਰੇ ਗਏ। ਹਾਂ, ਲੋਥਾਂ ਦੇ ਨਾਲ, ਲਾਸ਼ਾਂ ਦੇ ਨਾਲ ਸਾਰਾ ਜਿਹੜਾ ਥਲ ਮੈਦਾਨ ਸੀ ਉਹ ਧਰਤੀ ਭਰ ਗਈ ਲਾਸ਼ਾਂ ਨਾਲ। ਸਾਰੇ ਰਾਜਿਆਂ ਨੇ ਆਪਣਾ ਪੂਰਾ ਤਾਣ ਬਲ ਲਾ ਲਿਆ। ਹਾਂ, ਪਰ ਭਾਜੜ ਪੈ ਗਈ ਇਹਨਾਂ ਦੀਆਂ ਫੌਜਾਂ ਦੇ ਵਿੱਚ। ਹਾਰ ਇਹਨਾਂ ਨੂੰ ਦਿਖਣ ਲੱਗ ਪਈ, ਕਿਸੇ ਪ੍ਰਕਾਰ ਵੀ ਇਹਨਾਂ ਨੇ ਪੈਰ ਨਾ ਜਮਾ ਸਕੇ। ਫਿਰ ਇਹਨਾਂ ਨੇ ਆਪਣੇ ਘੋੜੇ ਪਿਛਾਂਹ ਨੂੰ ਮੋੜ ਲਏ ਤੇ ਸਿਪਾਹੀਆਂ ਨੂੰ ਵੀ ਪਿੱਛੇ ਹਟਾ ਲਿਆ। ਹਾਂ, ਮਿਰਗਾਂ ਵਾਂਗੂ, ਹਿਰਨਾਂ ਵਾਂਗੂ ਭੱਜ ਤੁਰੇ, ਕਿਮ ਅਟਕਾਵੇ, ਕਿਸੇ ਤਰ੍ਹਾਂ ਰੋਕਿਆ ਨਹੀਂ ਰੁਕਦੇ। ਇੱਧਰ ਜਦੋਂ ਗੁਰੂ ਕੇ ਖਾਲਸੇ ਨੇ ਵੇਖਿਆ ਵੀ ਹੁਣ ਸਾਡੀ ਫਤਿਹ ਹੋ ਚੱਲੀ ਹੈ, ਰਣਜੀਤ ਨਗਾਰੇ ਦੇ ਉੱਤੇ ਚੋਟਾਂ ਲਾ ਦਿੱਤੀਆਂ। ਬਹੁਤ ਸਾਰੇ ਦੁਸ਼ਮਣ ਭੱਜ ਗਏ ਤੇ ਕਈਆਂ ਨੂੰ ਮਾਰ ਮੁਕਾਇਆ। ਮੈਦਾਨੇ ਜੰਗ ਵਿੱਚ ਰੁੰਡ ਮੁੰਡ ਹੋਏ, ਬਿਨਾਂ ਸਿਰਾਂ ਤੋਂ ਬਹੁਤ ਸਾਰੇ ਧੜ ਡਿੱਗੇ ਪਏ ਹਨ। ਉਧਰ ਆਕਾਸ਼ ਦੇ ਵਿੱਚ ਬਹੁਤ ਵੱਡੀਆਂ ਵੱਡੀਆਂ ਗਿਰਜਾਂ, ਇੱਲਾਂ ਵੀ ਆ ਕੇ ਮੰਡਰਾਉਣ ਲੱਗੀਆਂ। ਕਵੀ ਜੀ ਕਹਿੰਦੇ ਕਿੱਥੋਂ ਤੱਕ, ਕਹਿੰਦੇ ਮੈਂ ਵਰਣਨ ਕਰਾਂ, ਇੰਨਾ ਭਾਰਾ ਯੁੱਧ ਸੀ। ਉਸ ਵੇਲੇ ਕਹਿੰਦੇ ਸਿੰਘਾਂ ਦੀ ਫਤਿਹ ਹੋ ਗਈ। ਹਾਂ, ਸਾਰਿਆਂ ਵਿੱਚ ਬੜਾ ਸੁੱਖ ਸਾਂਦ ਹੋਈ। ਹਾਂ, ਜਿੰਨੇ ਕੋਈ ਸਿੰਘ ਗੁਰੂ ਕੇ ਖਾਲਸੇ ਘਾਇਲ ਹੋਏ ਸਨ, ਜ਼ਖਮੀ ਹੋਏ ਸਨ, ਜਾਂ ਜਿੰਨੇ ਸ਼ਹੀਦ ਹੋਏ ਸਨ, ਉਹਨਾਂ ਨੂੰ ਕਿਸੇ ਨੂੰ ਛੱਡ ਕੇ ਨਹੀਂ ਆਏ। ਗੁਰੂ ਕੇ ਖਾਲਸੇ ਸਾਰੇ ਮੈਦਾਨੇ ਜੰਗ ਵਿੱਚੋਂ ਚੁੱਕ ਕੇ ਲੈ ਆਏ। ਇਸ ਪ੍ਰਕਾਰ ਆਨੰਦਪੁਰ ਸਾਹਿਬ ਵੱਲ ਨੂੰ ਚੜ੍ਹ ਕੇ ਆ ਗਏ। ਤੇ ਉਧਰ ਜਿਹੜੇ ਪਹਾੜੀ ਰਾਜੇ ਐ ਉਹ ਪਿੱਛੇ ਹਟ ਗਏ, ਉਹ ਆਪਣੇ ਨਿਜ ਅਸਥਾਨ ਦੇ ਵੱਲ ਨੂੰ ਚਲੇ ਗਏ। ਸੋ ਇੱਥੇ ਇਸ ਪ੍ਰਸੰਗ ਦੀ ਸਮਾਪਤੀ, ਇਸ ਅੰਸੂ ਦੀ ਅਧਿਆਏ ਦੀ ਸਮਾਪਤੀ ਹੈ। ਪ੍ਰਸੰਗ ਹਾਲੇ ਅੱਗੇ ਥੋੜ੍ਹਾ ਜਿਹਾ 10-11 ਪਦੇ ਹੋਰ ਜਿਹੜੇ ਹੈਗੇ ਆ ਮੈਦਾਨੇ ਜੰਗ ਦੇ ਚੱਲਣਗੇ। ਸੋ ਇਹ ਕਿਉਂਕਿ ਸਮਾਂ ਉੱਚਾ ਹੋ ਗਿਆ, ਆਪਾਂ ਕੱਲ੍ਹ ਦੇ ਦੀਵਾਨ ਵਿੱਚ ਵਿਚਾਰ ਲਵਾਂਗੇ। ਸੋ ਇਸ ਤੋਂ ਬਾਅਦ ਅੱਗੇ ਜੋ ਹੋਰ ਪ੍ਰਸੰਗ ਚੱਲੇਗਾ, ਸਤਿਗੁਰੂ ਜੀ ਭਵਿੱਖਤ ਵਾਕ ਕਰਨਗੇ, ਖਾਲਸਾ ਪਦ ਦੇ ਅਰਥ ਦੱਸਣਗੇ, ਉਹ ਆਪਾਂ ਗੁਰੂ ਕਿਰਪਾ ਕਰੇ ਕੱਲ੍ਹ ਦੇ ਦੀਵਾਨ ਦੇ ਵਿੱਚ ਸਮਾਂ ਬਖਸ਼ੇ, ਵਿਚਾਰ ਬਖਸ਼ੇ, ਆਪਾਂ ਰਲ ਮਿਲ ਕੇ ਸਾਂਝੇ ਕਰਾਂਗੇ। ਕਥਾ ਵਿਚਾਰ ਦੌਰਾਨ ਹੋਈਆਂ ਭੁੱਲਾਂ ਦੀ ਆਪ ਸਮੂਹ ਸੰਗਤਾਂ ਨੇ ਖਿਮਾ ਬਖਸ਼ਿਸ਼ ਕਰਨੀ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਿਰਪਾ ਕਰਨ, ਸਮਤ ਬਖਸ਼ਿਸ਼ ਕਰਨ। ਆਓ ਸਮਾਪਤੀ ਦੀਆਂ ਤੁਕਾਂ ਪੜ੍ਹ ਕੇ ਸਮਾਪਤੀ ਵਿੱਚ ਸ਼ਾਮਲ ਹੋਈਏ, ਅਰਦਾਸ ਵਿੱਚ ਹਾਜ਼ਰੀ ਲਵਾਈਏ। ਹਟੇ ਪਹਾੜੀ ਗਏ ਨਿਜ ਥਾਏ।